कि पेड पार्किंग जायज़ है या नजायज़ है? देखो जी, पेड पार्किंग होवे चाहे फ्री पार्किंग होवे, लेकिन एक व्यवस्था ਦੇ ਨਾਲ ਹੋਵੇ। ਰੈਵਨਿਊ ਦਾ ਜਿੱਥੇ ਤੱਕ ਹੈ, ਮੈਨੂੰ ਲੱਗਦਾ ਹੁਣ ਤੱਕ ਜਿੰਨਾ ਕਿ ਰੈਵਨਿਊ ਉਹਨਾਂ ਕਿ ਇਹਨਾਂ ਦੀ ਬਦਨਾਮੀ ਜ਼ਿਆਦਾ ਹੋ ਜਾਂਦੀ ਹੈ ਕਾਰਪੋਰੇਸ਼ਨ ਦੀ। मतलब पेड पार्किंग ਦੇ ਪਰਦੇ ਪਿੱਛੇ ਲੁੱਟ ਹੁੰਦੀ ਹੈ। ਕਾਰਪੋਰੇਸ਼ਨ 'ਚ ਤੁਹਾਡੇ ਕਾਉਂਸਲਰ ਨੇ ਵਿਰੋਧ ਕੀਤਾ ਵੀ ਨਹੀਂ ਪੇਡ ਪਾਰਕਿੰਗ ਚਾਹੀਦੀ ਹੈ, ਤੁਹਾਡੇ ਵੱਲੋਂ ਛਾਬੜਾ ਸਾਹਿਬ ਵੱਲੋਂ ਲਗਾਤਾਰ ਬਿਆਨ ਆਉਣ ਲੱਗ ਪਏ ਵੀ ਨਹੀਂ ਚਾਹੀਦੀ। ਹੁਣ ਤੱਕ ਪੇਡ ਪਾਰਕਿੰਗ ਜਿਹੜੀ ਹੋਈ ਆ 10 ਰੁਪਏ 14 ਰੁਪਏ 20 ਰੁਪਏ ਲੈਂਦੇ ਨੇ। ਅਕਸਰ ਇਹ ਆ ਸੈਕਟਰ 35 ਦੀ ਗੱਲ ਕਰ ਲਈਏ, ਪਰਚੀ ਕੱਟੀ ਚੱਲ ਵੀ ਅੰਦਰ ਕੋਈ ਨਹੀਂ ਹੁੰਦਾ। ਕਿਤੇ ਨਹੀਂ ਲਿਖਿਆ ਹੁੰਦਾ ਵੀ ਫੁੱਲ ਪਾਰਕਿੰਗ, ਬੰਦੇ ਘੁੰਮਾ ਕੇ ਉਹਨਾਂ ਨੂੰ ਅਗਲੀ ਮਾਰਕੀਟ ਜਾਣਾ। ਤੁਸੀਂ ਜੋ ਕਾਰ ਲੈਂਦੇ ਹੋ ਉਹਦਾ ਵੀ ਰੋਡ ਟੈਕਸ ਲੈਂਦੇ ਹੋ, ਪੈਟਰੋਲ ਤੇ ਡੀਜ਼ਲ 'ਚ 50% ਤੁਹਾਡਾ ਟੈਕਸ ਹੈ। ਹਰ ਇੱਕ ਚੀਜ਼ ਟੈਕਸ ਲੈ ਰਹੇ ਹੋ, ਤੇ ਜੇ ਤੁਸੀਂ 10 ਰੁਪਏ ਦਾ ਫ੍ਰੀ ਵੀ ਕਰ ਦੋਗੇ ਤਾਂ ਬਹੁਤ ਵੱਡੀ ਆਫਤ ਨਹੀਂ ਆਏਗੀ। ਸਾਡੇ ਉੱਥੇ ਇੱਕ ਮੰਡੀ ਗਰਾਊਂਡ ਹੈ, ਮੈਂ ਉਹਦੇ ਵਾਸਤੇ ਜਗ੍ਹਾ ਤੇ ਮਲਟੀ ਲੈਵਲ ਪਾਰਕਿੰਗ ਬਣਾਤੀ ਜਾਏ ਤਾਂ ਕਿ ਜਿਹੜਾ ਬੜੈਲ ਦਾ ਦੁਕਾਨਦਾਰ ਵੀ ਉੱਥੇ ਖੜਾ ਕਰ ਸਕੇ। ਮੈਂ ਗਵਰਨਰ ਸਾਹਿਬ ਕੋਲ ਵੀ ਜਾ ਚੁੱਕਾ, ਐਡਵਾਈਜ਼ਰ ਸਾਹਿਬ ਕੋਲ ਜਾ ਚੁੱਕਾ, ਲੇਕਿਨ ਹਜੇ ਤੱਕ ਉੱਤੇ ਕੋਈ ਕੰਮ ਨਹੀਂ ਹੁੰਦਾ। ਬੰਸਲ ਸਾਹਿਬ ਨੇ ਇਹਦੇ ਵਾਸਤੇ ਕੰਮ ਕੀਤਾ, ਮੈਟਰੋ ਤਿਆਰ ਕੀਤੀ, ਸਾਰੇ ਏਜੰਡੇ ਸਭ ਕੁਝ ਸਿਸਟਮ ਤਿਆਰ ਹੋ ਗਿਆ, ਲੇਕਿਨ ਮੈਡਮ ਕਿਰਨ ਖੇਰ ਨੇ ਆਉਂਦੇ ਹੀ 2014 ਜਿੱਦੇ ਹੀ ਸਿੱਧਾ 1-2 ਲਾਈਨ ਲਿਖ ਕੇ ਦਿੱਤੀਆਂ ਕਿ ਮੈਟਰੋ ਦੀ ਕੋਈ ਲੋੜ ਨਹੀਂ ਚੰਡੀਗੜ੍ਹ ਦੇ। ਹਾਈ ਕੋਰਟ ਨੇ ਕਿਹਾ ਵੀ ਕੋਈ ਸਿਸਟਮ ਬਣਾਓ, ਲੋਕਾਂ ਨੂੰ ਤੰਗੀ ਆਉਂਦੀ ਹੈ। ਕੀ ਸਿਸਟਮ ਬਣ ਗਿਆ? ਇਹ ਨਹੀਂ ਲੱਗਦਾ ਵੀ ਠੇਕੇਦਾਰ ਆਪਣੇ ਝੋਲੇ ਭਰੇ ਗਏ, ਪਰਚੀ ਕੱਟ ਕੇ ਭੇਜੀ ਗਏ ਅੰਦਰ, ਤੇ ਲੋਕ ਤੇ ਉੱਥੇ ਲੜਦੇ ਭਿੜਦੇ ਰਹੇ, ਗੱਡੀਆਂ ਤਾਂ ਉੱਦਾਂ ਹੀ ਲੱਗਦੀਆਂ ਨੇ। ਸਾਰੀਆਂ ਚੀਜ਼ਾਂ ਜੋ ਸਮੱਸਿਆਵਾਂ ਆਈਆਂ, ਜੋ ਤਜਰਬੇ ਆਏ ਨੇ, ਉਹਦੇ ਹਿਸਾਬ ਦੇ ਨਾਲ ਅੱਗੇ ਵਧਣਾ ਚਾਹੀਦਾ। ਇਹਦਾ ਇਹ ਮਤਲਬ ਨਹੀਂ ਫ੍ਰੀ ਕਰ ਦਈਏ। ਮੈਨੂੰ ਦੱਸੋ ਫ੍ਰੀ ਕਰਨ ਦੇ ਨਾਲ ਕੀ ਹੱਲ ਹੋਣ ਵਾਲਾ? ਮੈਨੂੰ ਇਹ ਲੱਗਦਾ ਹੈ ਕਿ ਫ੍ਰੀ ਵੀਜ਼ ਵੰਡਣ ਦੇ ਨਾਲ ਫਿਰ ਉਹ ਦਿੱਲੀ ਦੇ ਵਿੱਚ ਕਿਉਂ ਨਹੀਂ ਫ੍ਰੀ ਕਰਦੇ? ਦਿੱਲੀ ਦੇ ਵਿੱਚ ਤਾਂ ਦੇਸ਼ ਭਰ ਦੀ ਸਭ ਨਾਲੋਂ ਹਾਈਐਸਟ ਪਾਰਕਿੰਗ ਚਾਰਜਸ ਹੈ। ਸ਼ੀਸ਼ਾ ਬੋਲਦਾ ਸੱਚ। ਅੱਜ ਤੁਹਾਨੂੰ ਚੰਡੀਗੜ੍ਹ ਸ਼ਹਿਰ ਦੀ ਪੇਡ ਪਾਰਕਿੰਗ ਦੇ ਮੁਸੀਬਤਾਂ ਭਰੇ ਜਿਹੜੇ ਸਿਸਟਮ ਨੇ ਉਹਦੀ ਪੂਰੀ ਜਾਣਕਾਰੀ ਦੇਵਾਂਗੇ। ਚੰਡੀਗੜ੍ਹ ਦੇ 12-13 ਲੱਖ ਲੋਕ ਜਿਹੜੇ ਨੇ ਜਦੋਂ ਘਰੋਂ 2 ਵੀਲਰ ਜਾਂ 4 ਵੀਲਰ ਲੈ ਕੇ ਨਿਕਲਦੇ ਨੇ ਤੇ ਉਹਨਾਂ ਨੂੰ ਉੱਥੋਂ ਚੱਲਦੇ ਹੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਵੀ ਫਲਾਣੇ ਸੈਕਟਰ ਵਿੱਚ ਜਾਣਾ ਹੈ ਤੇ ਗੱਡੀ ਕਿੱਥੇ ਲਾਵਾਂਗੇ। ਅਸਲ 'ਚ ਪੇਡ ਪਾਰਕਿੰਗ ਜਿਹੜੀ ਨਗਰ ਨਿਗਮ ਚੰਡੀਗੜ੍ਹ ਵੱਲੋਂ ਕਈ ਸਾਲਾਂ ਤੋਂ ਸ਼ੁਰੂ ਕੀਤੀ, ਉਹ ਹੈ ਕੀ ਹੈ? ਤੁਹਾਨੂੰ ਦੱਸਦੇ ਹਾਂ। ਅੱਜ ਅਸੀਂ ਸੈਕਟਰ 34 ਵਿੱਚ ਆਏ ਹਾਂ। ਇਹ ਸੈਕਟਰ 34 ਦੀ ਇੱਕ ਮਾਰਕੀਟ ਕਹਿ ਲਈਏ, ਇੱਕ ਸੜਕ ਅੰਦਰ ਜਾ ਰਹੀ ਹੈ, ਔਰ ਇਸ ਸੜਕ ਦੇ ਅੰਦਰ ਕੋਆਪਰੇਟਿਵ ਬੈਂਕ ਹੈ ਪੰਜਾਬ, ਇਸੇ ਤਰ੍ਹਾਂ ਪੰਜਾਬ ਦਾ ਮਿਲਕ ਫੈਡ ਹੈ, ਔਰ ਕੁਝ ਹੋਰ ਦਫ਼ਤਰ ਨੇ। ਸਵਾਲ ਇਹ ਪੈਦਾ ਹੁੰਦਾ ਵੀ ਇਹ ਜਿਹੜੀ ਇੱਥੇ ਪੇਡ ਪਾਰਕਿੰਗ ਲੱਗਦੀ ਹੈ, ਤੁਹਾਨੂੰ ਪਿੱਛੇ ਦਿਖਾਉਂਦੇ ਆ ਵੀ ਕਿਵੇਂ ਜਦੋਂ ਕੋਈ ਇਹ ਸੜਕ ਦੇ ਅੰਦਰ ਵੜਦਾ ਤੇ ਫਿਰ ਉਹਨੂੰ ਪਰਚੀ ਕਟਾਉਣੀ ਪੈਂਦੀ ਹੈ ਪੇਡ ਪਾਰਕਿੰਗ ਦੀ। ਕਿਉਂ ਕਟਾਉਣੀ ਪੈਂਦੀ ਪਰਚੀ? ਕੀ ਇਹ ਪ੍ਰਸ਼ਾਸਨ ਨੇ ਜਾਂ ਨਗਰ ਨਿਗਮ ਨੇ ਕੋਈ ਮਲਟੀਪਲ ਪਾਰਕਿੰਗ ਬਣਾਈ ਹੈ? ਸੜਕ ਤੇ ਗੱਡੀ ਲਾਉਣ ਦੀ ਪੇਡ ਪਾਰਕਿੰਗ। ਇਹੀ ਹਾਲ ਸੈਕਟਰ 17 ਜਿਹਨੂੰ ਚੰਡੀਗੜ੍ਹ ਦਾ ਦਿਲ ਕਿਹਾ ਜਾਂਦਾ ਉਹਦਾ ਆ। ਜਦੋਂ ਸੈਕਟਰ 17 ਦੇ ਅੰਦਰ ਤੁਸੀਂ ਪਾਰਕ ਕਰੋਗੇ ਗੱਡੀ, ਤੇ ਜਦੋਂ ਸੜਕ ਤੇ ਲਾਓਗੇ ਜਿੱਥੇ ਕਈ ਦਹਾਕਿਆਂ ਤੋਂ ਲੱਗ ਰਹੀਆਂ, ਤੇ ਉੱਥੇ ਪੇਡ ਪਾਰਕਿੰਗ ਲਈ ਜਾਂਦੀ। ਔਰ ਉਸ ਤੋਂ ਵੱਡੀ ਗੱਲ, ਪੇਡ ਪਾਰਕਿੰਗ ਦੇ ਰੇਟ ਵੱਧ ਹੋਣੇ ਵੱਖਰੀ ਗੱਲ ਆ, ਇੱਕ ਕੰਡੀਸ਼ਨਾਂ ਲੱਗਦੀਆਂ ਨੇ ਵੀ ਕਾਰਪੋਰੇਸ਼ਨ ਨੇ ਜਿਹੜੀ ਪੇਡ ਪਾਰਕਿੰਗ ਲਾਉਣੀ ਹੈ, ਕੰਸਰਨਡ ਕੰਪਨੀ ਨੇ ਜਿਹਨੂੰ ਠੇਕਾ ਦਿੱਤਾ ਹੈ, ਉਹਦੇ ਜਿਹੜੇ ਮੁਲਾਜ਼ਮ ਨੇ ਪਾਰਕਿੰਗ ਦੇ ਅੰਦਰ ਘੁੰਮਣਗੇ, ਦੇਖਣਗੇ ਵੀ ਗੱਡੀ ਕਿੱਥੇ ਲਾਉਣੀ ਹੈ, ਜੇ ਕਿਸੇ ਦੀ ਗੱਡੀ ਫਸੀ ਹੈ ਉਹਨੂੰ ਕਿਵੇਂ ਕਢਾਉਣਾ ਹੈ, ਔਰ ਜੇ ਪਾਰਕਿੰਗ ਫੁੱਲ ਹੈ ਤੇ ਬਾਹਰ ਪਾਰਕਿੰਗ ਫੁੱਲ ਦਾ ਬੋਰਡ ਵੀ ਲਾਉਣਾ ਹੈ। ਪਰ ਕੁਛ ਵੀ ਨਹੀਂ ਹੋ ਰਿਹਾ। ਲੋਕਾਂ ਕੋਲੋਂ, ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕੱਢਣ ਲਈ ਇੱਕ ਵਸੀਲਾ ਬਣਾਇਆ। ਹਰੇਕ ਮਾਰਕੀਟ 'ਚ, ਸ਼ੋਰੂਮਾਂ ਦੇ ਦਫ਼ਤਰਾਂ ਦੇ ਬਾਹਰ ਜਿਹੜੀਆਂ ਸੜਕਾਂ ਨੇ, ਉੱਥੇ ਗੱਡੀ ਖੜੇ ਕਰਨ ਦੀ ਪੇਡ ਪਾਰਕਿੰਗ ਜਿਹੜੀ ਹੈ ਉਹ ਕਰ ਦਿੱਤੀ ਹੈ। ਔਰ ਇਹਦੇ ਸੰਬੰਧ ਵਿੱਚ ਅੱਜ ਕੱਲ੍ਹ ਨਗਰ ਨਿਗਮ ਦੇ ਹਾਊਸ ਵਿੱਚ ਬਹੁਤ ਵੱਡੇ ਹੰਗਾਮੇ ਚੱਲ ਰਹੇ ਨੇ, ਔਰ ਆਮ ਆਦਮੀ ਪਾਰਟੀ ਦਾ ਕਹਿਣਾ ਵੀ ਪੇਡ ਪਾਰਕਿੰਗ ਖਤਮ ਹੋਣੀ ਚਾਹੀਦੀ ਹੈ। ਸੰਬੰਧਿਤ ਸੈਕਟਰਾਂ ਦੀਆਂ ਜਿਹੜੀਆਂ ਮਾਰਕੀਟ ਐਸੋਸੀਏਸ਼ਨਾਂ ਨੇ ਉਹਨਾਂ ਨੂੰ ਦੇ ਛੱਡ ਦੇਣੀ ਚਾਹੀਦੀ ਹੈ, ਔਰ ਇਹ ਪੇਡ ਪਾਰਕਿੰਗ ਜਿਹੜੀ ਹੈ ਇਹ ਐਂਟਰੀ ਫੀਸ ਦੇ ਰੂਪ ਵਿੱਚ ਜਿਹੜੀ ਲਈ ਜਾਂਦੀ, ਨਹੀਂ ਲੈਣੀ ਚਾਹੀਦੀ। ਔਰ
ਆਪਣਾ ਜਿਹੜਾ ਕਾਂਗਰਸ ਹੈ, ਕਾਂਗਰਸ ਦਾ ਕਹਿਣਾ ਪੇਡ ਪਾਰਕਿੰਗ ਹੋਣੀ ਚਾਹੀਦੀ ਹੈ, ਪੂਰੀਆਂ ਸਹੂਲਤਾਂ ਨਾਲ ਹੋਣੀ ਚਾਹੀਦੀ ਹੈ, ਸਮਾਰਟ ਪੇਡ ਪਾਰਕਿੰਗ ਹੋਣੀ ਚਾਹੀਦੀ ਹੈ। ਔਰ ਇਸੇ ਤਰ੍ਹਾਂ ਬੀਜੇਪੀ ਦੇ ਲੀਡਰ ਜਿਹੜੇ ਨੇ ਉਹ ਵੀ ਇਹਦੇ ਬਾਰੇ ਵੱਖਰਾ ਪੱਖ ਰੱਖਦੇ ਨੇ। ਉਹ ਕਹਿੰਦੇ ਪੇਡ ਪਾਰਕਿੰਗ ਜ਼ਰੂਰੀ ਹੈ, ਕਿਉਂਕਿ ਇਹਦੇ ਬਿਨਾਂ ਤਾਂ ਫਿਰ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਠੀਕ ਢੰਗ ਨਾਲ ਲਾਉਣਾ ਸੰਭਵ ਹੀ ਨਹੀਂ। ਸੋ ਅਸੀਂ ਤੁਹਾਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਗੱਲਾਂ ਬਾਤਾਂ ਸੁਣਾਉਂਦੇ ਵੀ ਉਹ ਕੀ ਚਾਹੁੰਦੇ ਨੇ ਪੇਡ ਪਾਰਕਿੰਗ ਬਾਰੇ, ਔਰ ਇਹਦਾ ਕੀ ਪੱਕਾ ਕੀ ਇਹਦਾ ਹੱਲ ਹੈ। ਸੋ ਆਪਾਂ ਚੰਡੀਗੜ੍ਹ 'ਚ ਪੇਡ ਪਾਰਕਿੰਗ ਦਾ ਜਿਹੜਾ ਮੁੱਦਾ ਬੜਾ ਭਖਿਆ, ਉਹਦੇ ਬਾਰੇ ਜਿਹੜੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਨੇ, ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ, ਉਹਨਾਂ ਦੇ ਲੀਡਰਾਂ ਨਾਲ ਗੱਲ ਕਰਦੇ ਆ। ਸਭ ਤੋਂ ਪਹਿਲਾਂ ਗਰਗ ਸਾਹਿਬ, ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਕਨਵੀਨਰ ਨੇ ਪ੍ਰੇਮ ਗਰਗ ਜੀ, ਔਰ ਬੜੇ ਸਿੱਧੇ ਸਪਾਟ ਨੇ, ਸਿਆਸਤਦਾਨ ਬਹੁਤੇ ਨਹੀਂ ਗੇ, ਜਾਇਦੀ ਗੱਲ ਸਿੱਧੀ ਚੰਡੀਗੜ੍ਹ ਦੇ ਲੋਕਾਂ ਦੀ ਕਰਦੇ ਨੇ। ਕਿ ਪੇਡ ਪਾਰਕਿੰਗ ਜਾਇਜ਼ ਹੈ ਜਾਂ ਨਜਾਇਜ਼ ਹੈ? बिल्कुल नजायज़ है त्रिलोचन जी। पेड पार्किंग नहीं होनी चाहिए। चंडीगढ़ जैसे शहर च पेड पार्किंग की बिल्कुल ज़रूरत नहीं है। मैं बहुत बार ये सलाह भी दी है, लिखा भी है कि जिन्नियां भी पार्किंग जाएंगे ਜਿਹੜੇ ਆਪਣੇ ਮਾਰਕੀਟ ਕਮੇਟੀਜ਼ ਹੁੰਦੀ ਹੈ, ਜੋ ਵੀ ਆਪਣੇ ਰਿਸਪੈਕਟਿਵ ਮਾਰਕੀਟ ਕਮੇਟੀ ਹੈ, ਉਹਨਾਂ ਨੂੰ ਦੇ ਹਵਾਲੇ ਕੀਤੀ ਜਾਵੇ ਜਾਂ ਆਰਡਬਲਯੂਜ਼ ਨੂੰ ਦਿੱਤੀ ਜਾਵੇ, ਉਹ ਆਪਣੇ ਆਪ ਮੈਨੇਜ ਕਰਨ। ਤੁਸੀਂ ਦੇਖਿਆ ਹੋਊਗਾ 22 ਸੈਕਟਰ 'ਚ ਜਿਹੜਾ ਤਲਵਾਰ ਜਵੈਲਰੀ ਮਾਰਕੀਟ ਹੈ, ਉਹਦੇ ਬਹੁਤ ਛੋਟੀ ਜਿਹੀ ਪਾਰਕਿੰਗ ਹੈ ਉਹਦੇ 'ਚ, ਔਰ ਸੈਂਕੜੋ ਗੱਡੀਆਂ ਬਹੁਤ ਅੱਛੇ ਤਰੀਕੇ ਨਾਲ ਲਗਵਾ ਦਿੰਦੇ ਨੇ। ਉਹ 20 ਸਾਲ ਤੋਂ ਮੇਰੇ ਖਿਆਲ ਚੱਲ ਰਹੀ ਹੈ। ਇਹਦਾ ਦੋ ਬੰਦੇ ਉੱਥੇ 24 ਘੰਟੇ ਹੁੰਦੇ ਤੇ ਹਰ ਇੱਕ ਮਾਰਕੀਟ 'ਚ ਇਸ ਤੇ ਦੋ ਬੰਦੇ ਬਹੁਤ ਹੁੰਦੇ। ਦੋ ਬੰਦੇ ਇਹ ਠੇਕੇ ਦੇ ਦੋ ਬੰਦੇ ਲਗਾਉਂਦੇ ਨਾ, ਦੋ ਬੰਦੇ ਲਗਾ ਦੇਣ ਤਾਂ ਉਹ ਬਹੁਤ ਅੱਛੀ ਤਰ੍ਹਾਂ ਪਾਰਕਿੰਗ ਮੇਨਟੇਨ ਕਰ ਸਕਦੇ। ਔਰ ਜੇ ਰੈਵਨਿਊ ਦਾ ਜਿੱਥੇ ਤੱਕ ਹੈ, ਮੈਨੂੰ ਲੱਗਦਾ ਹੁਣ ਤੱਕ ਜਿੰਨਾ ਕਿ ਰੈਵਨਿਊ ਉਹਨਾਂ ਕਿ ਇਹਨਾਂ ਦੀ ਬਦਨਾਮੀ ਜ਼ਿਆਦਾ ਹੋ ਜਾਂਦੀ ਹੈ ਕਾਰਪੋਰੇਸ਼ਨ ਦੀ। ਤੁਹਾਡੇ ਕੋਲ ਲੁੱਟ ਜਾਰੀ ਹੋ ਜਾਂਦੀ ਹੈ। ਲੁੱਟ ਜ਼ਿਆਦਾ ਹੁੰਦੀ ਹੈ। ਔਰ ਉਹਦੇ 'ਚ ਕੀ ਹੈ ਕਿ ਮੈਂ ਖੁਦ ਮੇਰੀ ਬਹੁਤ ਵਾਰੀ ਝਗੜਾ ਹੋ ਜਾਂਦਾ ਜਿਹੜਾ ਪਾਰਕਿੰਗ ਦਾ ਖੜਾ। ਇੰਨੇ ਬਦਤਮੀਜ਼ ਹੁੰਦੇ ਆ ਲੜਕੇ ਜਿਹੜੇ ਪਾਰਕਿੰਗ ਮੈਨੇਜ ਕਰਦੇ ਨੇ ਕਿ ਉਹ ਅੱਛੇ ਲੋਕਾਂ ਦੇ ਵੀ ਨਾ ਮਿੱਟੀ ਪਲੀਤ ਕਰ ਦਿੰਦੇ 1 ਮਿੰਟ 'ਚ। ਤੇ ਮੈਂ ਕਿਹਾ ਉਹਨਾਂ ਬੋਲਣ ਦੀ ਤਾਂ ਪਤਾ ਨਹੀਂ ਹੁੰਦਾ। ਦੂਸਰਾ ਕੀ ਹੁੰਦਾ ਕਿ ਯੂ ਗੈਟ ਇਰੀਟੇਟ, ਜਿਵੇਂ ਤੂੰ 14 ਰੁਪਏ ਦੇਣੇ ਨੇ, ਉਹ ਕਈ ਵਾਰੀ ਜੇਬ 'ਚ 100 ਰੁਪਏ ਹੁੰਦਾ, ਉਹ ਕਹਿੰਦੇ ਨਹੀਂ ਜੀ ਟੁੱਟੇ ਹੋਏ ਦਿਓ। ਉੱਥੇ ਤੁਸੀਂ ਮੈਂ ਕਿਹਾ ਇਰੀਟੇਟ ਹੋ ਜਾਂਦੇ ਹੋ, ਪਿੱਛੇ ਗੱਡੀਆਂ ਹੌਰਨ ਮਾਰਦੀਆਂ ਨੇ। ਇਸ ਦੀ ਇਹ ਬੈਟਰੀ ਹੈ ਕਿ ਇਹਨੂੰ ਫ੍ਰੀ ਕੀਤਾ ਕੋਈ ਸਾਰੇ ਮੇਰੇ ਖਿਆਲ ਕਾਰਪੋਰੇਸ਼ਨ 10 ਕਰੋੜ ਰੁਪਏ ਦਾ ਐਵਰੇਜ ਸਾਲ 'ਚ ਰੈਵਨਿਊ ਆਉਂਦਾ। ਉਸ ਕਰਕੇ ਲੱਖ ਗੱਡੀਆਂ ਦੇ ਪਿੱਛੇ ਤੁਸੀਂ ਲੱਖ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਤੇ ਇਹ ਜ਼ਿਆਦਾ ਮੈਂ ਕਿਹਾ ਕੋਸਟ ਬੈਨੀਫਿਟ ਰੇਸ਼ੋ ਜਿਹੜੀ ਹੈ ਉਹ ਉਲਟਾ ਚੱਲਦੀ ਹੈ। ਜਿੰਨਾ ਬੈਨੀਫਿਟ ਹੁੰਦਾ ਹੈ ਰੈਵਨਿਊ ਦਾ ਇਹਨਾਂ ਨੂੰ, ਉਸ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਹੁੰਦੀ। 1 ਲੱਖ ਲੋਕ ਵੀ ਜੇ ਵਹੀਕਲ ਓਨਰ ਹੈਗੇ ਤਾਂ ਤੁਸੀਂ 1 ਲੱਖ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਹੈ। ਚਲੋ ਆਪਾਂ ਗੁਰਪ੍ਰੀਤ ਗਾਬੀ ਨਾਲ ਗੱਲ ਕਰ ਲੈਂਦੇ, ਜਿਹੜੇ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਨੇ ਤੇ ਕਾਉਂਸਲਰ ਨੇ, ਜਿਨ੍ਹਾਂ ਨੇ ਨਗਰ ਨਿਗਮ ਦੇ ਹਾਊਸ 'ਚ ਵੀ ਇਸ ਮੁੱਦੇ ਨੂੰ ਲੈ ਕੇ ਬਹੁਤ ਸਵਾਲ ਚੱਕੇ ਸੀ। ਗਾਬੀ ਜੀ, ਕਿਵੇਂ ਪੇਡ ਪਾਰਕਿੰਗ ਹੋਣੀ ਚਾਹੀਦੀ ਜਾਂ ਨਹੀਂ? ਦੇਖੋ ਜੀ, ਪੇਡ ਪਾਰਕਿੰਗ ਹੋਵੇ ਚਾਹੇ ਫ੍ਰੀ ਪਾਰਕਿੰਗ ਹੋਵੇ, ਲੇਕਿਨ ਇੱਕ ਵਿਵਸਥਾ ਦੇ ਨਾਲ ਹੋਵੇ। ਮੇਰਾ ਸ਼ੁਰੂ ਤੋਂ ਇਹੀ ਕਹਿਣਾ ਰਿਹਾ। ਤੁਹਾਨੂੰ ਯਾਦ ਹੋਏਗਾ ਮੈਂ ਸ਼ੁਰੂ ਤੋਂ ਹਾਊਸ ਤੇ 30 ਜਨਵਰੀ ਦੇ ਹਾਊਸ ਦੇ ਵਿੱਚ ਸਭ ਤੋਂ ਪਹਿਲੇ ਮੁੱਦਾ ਚੱਕਿਆ ਸੀ ਆਰੀਅਨ ਟੋਲ ਨੂੰ ਲੈ ਕਰਕੇ, ਪਛਾਤਿਆਂ ਨੂੰ ਲੈ ਕਰਕੇ। ਫਿਰ ਉਹਨਾਂ ਨੇ ਜੋ ਝੂਠੇ ਐਫੀਡੇਵਿਟ ਦਿੱਤੇ, ਜੋ ਚੋਰੀ ਉਹਦੇ ਵਿੱਚ ਸਰਕਾਰੀ ਫੀਸ ਦੀ ਹੋਈ ਹੈ, ਹਰ ਮੁੱਦੇ ਨੂੰ ਮੈਂ ਬੜੀ ਗੰਭੀਰਤਾ ਦੇ ਨਾਲ, ਪੂਰੀ ਕਲੈਰਿਟੀ ਦੇ ਨਾਲ ਸਦਨ ਤੇ ਰੱਖਿਆ, ਜਿਸ ਤੋਂ ਬਾਅਦ ਪਛਾਤਿਆਂ ਨੂੰ ਵੀ ਪਿੱਛੇ ਕੀਤਾ ਗਿਆ। ਉਸ ਤੋਂ ਬਾਅਦ ਜਿਹੜੀ ਰਾਮਚੰਦਰ ਪਾਰਟੀ ਸੀ, ਜਿਹੜਾ ਦੂਜਾ ਠੇਕੇਦਾਰ ਸੀ, ਉਹਨੂੰ ਵੀ ਜਿਹੜੀ ਇਹ ਪਰਦੇ ਦੇ ਪਿੱਛੇ ਉਹਨੂੰ ਐਕਸਟੈਂਸ਼ਨ ਦੇਣਾ ਚਾਹੁੰਦੇ ਸੀ, ਮੈਂ ਉਹ ਵੀ ਰੁਕਵਾਈ। ਉਹ ਵੀ ਅਸੀਂ ਏਜੰਡੇ ਨੂੰ ਫਰਵਰੀ ਮੰਥ 'ਚ ਡੈਫਰ ਕਰਵਾਇਆ। ਲੇਕਿਨ ਗੱਲ ਇਹ ਹੈ ਕਿ ਵੀ ਜੋ ਗਰਗ ਸਾਹਿਬ ਕਹਿ ਰਹੇ ਹੋ ਠੀਕ ਹੈ, ਮਤਲਬ ਪੇਡ ਪਾਰਕਿੰਗ ਦੇ ਪਰਦੇ ਪਿੱਛੇ ਲੁੱਟ ਹੁੰਦੀ ਹੈ। ਗੱਲਾਂ ਦੋ ਹੈ ਜੀ। ਪੇਡ ਪਾਰਕਿੰਗ ਦੇ ਪਰਦੇ ਪਿੱਛੇ ਲੁੱਟ ਵੀ ਹੁੰਦੀ ਹੈ, ਲੇਕਿਨ ਅਗਰ ਵਿਵਸਥਾ ਦੇ ਨਾਲ ਫ੍ਰੀ ਪਾਰਕਿੰਗ ਕੀਤੀ ਜਾਏ ਤਾਂ ਬਹੁਤ ਵਧੀਆ ਹੈ। ਲੇਕਿਨ ਗੱਲ ਇਹ ਹੈ ਕਹਿਣੀ ਔਰ ਕਥਨੀ 'ਚ ਕਈ ਵਾਰ ਫਰਕ ਹੋ ਜਾਂਦਾ ਹੈ। ਗਰਗ ਸਾਹਿਬ ਹਰਾਂ ਨੇ ਮੈਨੀਫੈਸਟੋ ਦੇ ਵਿੱਚ ਆਪਣੇ ਲਿਖਿਆ ਸੀ ਪਾਰਕਿੰਗ ਫ੍ਰੀ ਦੇਵਾਂਗੇ, ਜਿੰਨਾ ਕਿ ਮੈਨੂੰ ਯਾਦ ਹੈ ਜੀ ਕਾਰਪੋਰੇਸ਼ਨ ਦੇ ਅੰਦਰ। ਲੇਕਿਨ ਗਰਗ ਸਾਹਿਬ ਲਿਖਿਆ ਜੇ ਮੇਰਾ ਬੱਸ ਚੱਲੇ ਮੈਂ ਅੱਜ ਤੋਂ ਹੀ ਪਾਰਕਿੰਗ ਫ੍ਰੀ ਕਰਦਾ। ਲੇਕਿਨ ਇੱਥੇ ਫ੍ਰੀ ਪਾਰਕਿੰਗ ਹੈ, ਕਿੰਨੀ ਅੱਛੀ ਤਰੀਕੇ ਨਾਲ ਵਿਵਸਥਾ ਨਾਲ ਚੱਲ ਰਹੀ ਹੈ, ਕੋਈ ਐਡੀ ਦਿੱਕਤ ਨਹੀਂ ਹੋ ਸਕਦਾ ਜੇ। ਚਲੋ ਗਾਬੀ ਸਾਹਿਬ, ਲੇਕਿਨ ਜਦ ਗੱਲ ਉੱਥੇ ਕਾਰਪੋਰੇਸ਼ਨ 'ਚ ਏਜੰਡੇ ਨੂੰ ਪਾਸ ਕਰਨ ਦੀ ਆਈ, ਕਿਉਂਕਿ ਕਈ ਵਾਰ ਕੀ ਹੁੰਦਾ ਜੀ, ਅਸੀਂ ਜਦ ਕਈ ਵਾਰ ਏਜੰਡੇ ਦਾ ਵਿਰੋਧ ਕਰਦੇ ਹਾਂ ਕਿ ਨਹੀਂ ਜੀ ਫ੍ਰੀ ਪਾਰਕਿੰਗ ਹੋਣੀ ਚਾਹੀਦੀ ਹੈ, ਤੇ ਅਫਸਰਾਂ ਨੂੰ ਕਹਿਣ ਨੂੰ ਗੱਲ ਹੋ ਜਾਂਦੀ ਅਸੀਂ ਰੈਵਨਿਊ ਕਿੱਥੋਂ ਲੈ ਕੇ ਆਵਾਂਗੇ, ਕਿਉਂਕਿ ਰੈਵਨਿਊ ਵੀ ਇੱਕ ਬਹੁਤ ਵੱਡਾ ਮੁੱਦਾ ਹੈ। ਕਾਰਪੋਰੇਸ਼ਨ ਦੇ ਕੰਮਾਂ ਵਾਸਤੇ, ਡਿਵੈਲਪਮੈਂਟ ਦੇ ਕੰਮਾਂ ਵਾਸਤੇ ਸਾਨੂੰ ਰੈਵਨਿਊ ਵੀ ਚਾਹੀਦਾ ਹੈ। ਲੇਕਿਨ ਜਦ ਕਮਿਸ਼ਨਰ ਖੁਦ ਹੀ ਟੇਬਲ ਏਜੰਡਾ ਲੈ ਕੇ ਆ ਗਈ ਸੀ ਕਿ ਸਾਡੇ ਤੋਂ ਪਾਰਕਿੰਗ ਮੈਨੇਜ ਨਹੀਂ ਹੋ ਰਹੀਆਂ, ਸਾਨੂੰ ਘਾਟਾ ਪੈ ਰਿਹਾ ਸੀ, ਪਾਰਕਿੰਗ ਫ੍ਰੀ ਕਰਨ ਜਾ ਰਹੇ ਹਾਂ, ਤਾਂ ਉਹਦਾ ਵਿਰੋਧ ਕਰਨ ਦਾ ਮਤਲਬ ਕੀ ਬਣਦਾ ਸੀ? ਉਹਦੇ 'ਚ ਬੀਜੇਪੀ ਤੇ ਕੁਝ ਕੌਂਸਲਰਾਂ ਨੇ ਵਿਰੋਧ ਕੀਤਾ, ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਵੀ ਵਿਰੋਧ ਕੀਤਾ। ਮਤਲਬ ਜੋ ਲੋਕਾਂ ਨੂੰ ਇੱਕ ਵਿਵਸਥਾ
ਫ੍ਰੀ 'ਚ ਮਿਲਣ ਲੱਗੀ ਤੁਹਾਡਾ ਮਤਲਬ ਬੀਜੇਪੀ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਰਲ ਗਏ। ਜੀ ਮਹੇਸ਼ਿੰਦਰ ਸਿੱਧੂ ਨੇ ਵੀ ਵਿਰੋਧ ਕੀਤਾ ਜੀ। ਪਰ ਇੱਕ ਹੋਰ ਮਾਈਂਡ ਨਾ ਕਰੋ, ਇੱਕ ਹੋਰ ਬੜਾ ਵੱਡਾ ਐਲੀਗੇਸ਼ਨ ਤੁਹਾਡੇ ਤੇ ਤੁਹਾਡੇ ਕਾਉਂਸਲਰਾਂ ਤੇ ਲੀਡਰਸ਼ਿਪ ਤੇ ਲੱਗਾ ਸੀ ਜਦੋਂ ਤੁਸੀਂ ਕਾਰਪੋਰੇਸ਼ਨ ਦੀ ਮੇਅਰ ਦੀ ਇਲੈਕਸ਼ਨ ਦਾ ਬਾਈਕਾਟ ਕਰਕੇ ਪਹਾੜੀਆਂ ਤੇ ਚਲ ਗਏ ਸੀ। ਕਹਿੰਦੇ ਉਦੋਂ ਬੀਜੇਪੀ ਵਾਲਿਆਂ ਨੇ ਮੈਨੇਜ ਕੀਤਾ ਹੈ, ਵੱਡਾ ਅਮਾਉਂਟ ਦੇ ਦਿੱਤਾ ਸੀ ਵੀ ਗਾਬੀ ਸਾਹਿਬ ਤੁਸੀਂ ਚੰਡੀਗੜ੍ਹ ਨਹੀਂ ਆਉਣਾ। ਦੇਖੋ ਜੀ ਭਗਵੰਤ ਮਾਨ ਜੀ ਛਾਬੜਾ ਜਿਹੜੀ ਫੋਟੋ ਖਿਚਾ ਰਹੇ ਸਾਡੇ ਦੋ ਕੌਂਸਲਰਸ ਨਾਲ, ਉਹ ਕੀ ਕਰ ਰਹੇ ਸੀ? ਮਤਲਬ ਇੱਥੇ ਇਹ ਸੀ ਕਿ ਦੋਨੋਂ ਪਾਰਟੀਆਂ ਚਾਹੁੰਦੇ ਕਿ ਸਾਡੀ ਮਦਦ ਕਰ ਦਿਓ, ਔਰ ਅਸੀਂ ਦੋਨਾਂ ਚੋਂ ਕਿਸੇ ਦੀ ਮਦਦ ਨਹੀਂ ਕਰਨੀ ਕਿਉਂਕਿ ਦੋਨਾਂ ਦੇ ਵਿਊ ਕਲੀਅਰ ਨਹੀਂ ਹੈਗੇ। ਜੋ ਤੁਸੀਂ ਨਹੀਂ ਸੀ ਆਏ ਤਾਂ ਬੀਜੇਪੀ ਤੇ ਆਪਣੇ ਆਪ ਹੀ ਮਦਦ ਹੋ ਗਈ। ਉਸ ਤੋਂ ਪਿਛਲੀ ਵਾਰ ਅਸੀਂ ਨਹੀਂ ਸੀ ਆਏ ਤੇ ਆਮ ਆਦਮੀ ਪਾਰਟੀ ਨੇ ਕ੍ਰੋਸ ਵੋਟ ਕੀਤੀ ਸੀ। ਜਦੋਂ 2022 ਵਾਲਾ ਸੀ ਮੇਅਰ ਸੀ, ਉਹ ਵੀ ਪੁੱਛੋ ਜੀ। ਉਦੋਂ ਵੀ ਬੀਜੇਪੀ ਦੀ ਮਦਦ ਹੋ ਗਈ ਸੀਗੀ, ਕਾਂਗਰਸ ਦੇ ਐਬਸੈਂਟ ਹੋਣ ਦੇ ਨਾਲ ਔਰ ਬੀਜੇਪੀ ਦੀ ਮਦਦ ਨਾਲ ਔਰ ਲక్ష్ਮੀ ਮਾਤਾ ਦੀ ਕਿਰਪਾ ਹੋ ਜਾਂਦੀ ਹੈ। ਕ੍ਰੋਸ ਵੋਟ ਹੋਈ ਸੀ, ਚੈੱਕ ਕਰ ਲੈਣੇ ਜੇ ਆਪਾਂ ਹੁਣੇ ਹੀ ਵੋਟਾਂ ਕਢਾ ਦਿੰਨੇ ਆ। ਤੁਹਾਡੇ ਕੈਂਡੀਡੇਟ ਨੂੰ ਮੇਅਰ ਦੇ ਵੀ ਤੁਹਾਡੇ ਕੈਂਡੀਡੇਟ ਸੀਨੀਅਰ ਡਿਪਟੀ ਮੇਅਰ ਦੇ ਨੂੰ 2 ਵੋਟਾਂ ਘੱਟ ਪਈਆਂ ਸੀ, ਜਦ ਕਿ ਤੁਹਾਡਾ ਰੇਸ਼ੋ ਜ਼ਿਆਦਾ ਸੀ, ਫਿਰ ਘੱਟ ਕਿਉਂ ਪਈਆਂ? ਇਹ ਪੀੜੀ ਥੱਲੇ ਸੋਟਾ ਮਾਰੋ ਗਰਗ ਸਾਹਿਬ। ਗੱਲ ਇਹ ਹੈ ਕਿ ਤੁਹਾਡੇ ਆਪ ਦੇ ਬੰਦਿਆਂ ਨੂੰ ਹੀ ਨਹੀਂ ਪਤਾ ਕਿ ਕੀ ਕਰਨਾ ਹੈ, ਕੀ ਕਰਨਾ ਚਾਹੀਦਾ ਹੈ। ਜਦ ਅਚਾਨਕ ਉੱਥੇ ਕੋਈ ਜਿਹੜਾ ਮੈਨੀਫੈਸਟੋ ਆ ਜਾਂਦਾ, ਅਚਾਨਕ ਉੱਥੇ ਕੋਈ ਗਾਬੀ ਸਾਹਿਬ ਠੀਕ ਕਹਿ ਰਹੇ ਨੇ। ਜਦੋਂ ਕਾਰਪੋਰੇਸ਼ਨ 'ਚ ਤੁਹਾਡੇ ਕਾਉਂਸਲਰ ਨੇ ਵਿਰੋਧ ਕੀਤਾ ਵੀ ਨਹੀਂ ਪੇਡ ਪਾਰਕਿੰਗ ਚਾਹੀਦੀ ਹੈ, ਤੁਹਾਡੇ ਵੱਲੋਂ ਛਾਬੜਾ ਸਾਹਿਬ ਵੱਲੋਂ ਲਗਾਤਾਰ ਬਿਆਨ ਆਉਣ ਲੱਗ ਪਏ ਵੀ ਨਹੀਂ ਚਾਹੀਦੀ। ਨਹੀਂ, ਮੈਂ ਤੁਹਾਨੂੰ ਕਲੈਰੀਫਾਈ ਕਰਦਾ, ਇਹਦੇ ਥੋੜਾ ਕਨਫਿਊਜ਼ਨ ਹੋ ਰਿਹਾ। ਉਹ ਜਿਹੜਾ ਏਜੰਡਾ ਸੀ ਉਹ 1 ਮਹੀਨੇ ਜਾਂ 1.5 ਮਹੀਨੇ ਵਾਸਤੇ ਫ੍ਰੀ ਪਾਰਕਿੰਗ ਦਾ ਸੀ, ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਤੋਂ ਮੈਨੇਜ ਨਹੀਂ ਹੋ ਰਿਹਾ, ਉਹ ਘੱਟੇ ਜਾ ਰਹੀ ਹੈ। ਸਾਡੇ ਕਹਿਣਾ ਹੈ ਕਿ ਇਹ ਪਰਮਨੈਂਟ ਹੋ ਜਾਏ, ਇਹਦਾ ਜ਼ਰੂਰਤ ਹੀ ਨਾ ਪਵੇ। ਮਗਰ ਮੇਰਾ ਜਿਹੜਾ ਤੁਹਾਨੂੰ ਬਾਰ-ਬਾਰ ਕਹਿ ਰਿਹਾ ਨਾ, ਸਾਡਾ ਏਜੰਡਾ ਇਹ ਹੈ ਕਿ ਫ੍ਰੀ ਕਰ ਦੇ, ਪਾਰਕਿੰਗ ਦੀ ਜ਼ਰੂਰਤ ਉਹ ਤਾਂ ਇਹ ਕਹਿੰਦੇ ਵੀ ਜਦੋਂ ਤੱਕ ਠੇਕੇਦਾਰ ਨਹੀਂ ਅਪਾਇੰਟ ਹੁੰਦਾ ਉਦੋਂ ਤੱਕ 1 ਮਹੀਨੇ ਵਾਸਤੇ ਕਰ ਦਈਏ। ਦੈਟ ਡਜ਼ਨਟ ਮੇਕ ਐਨੀ ਸੈਂਸ। ਬਾਕੀ ਹਰ ਹਾਲਤ ਦੇ ਵਿੱਚ ਅਸੀਂ ਤਾਂ ਇਸ ਚੀਜ਼ ਦੇ ਹੱਕ 'ਚ ਕਿ ਇੱਥੇ ਪੇਡ ਪਾਰਕਿੰਗ ਜਿਹੜੇ ਜ਼ਰੂਰਤ ਨਹੀਂ ਹੈ, ਫ੍ਰੀ ਆਪਾਂ ਪੁਆਇੰਟ ਤੇ ਹੈਗਾ ਵੀ ਜਿਹੜੀ ਜਿਵੇਂ ਗਰਗ ਸਾਹਿਬ ਨੇ ਦੱਸਿਆ, ਮੇਰਾ ਵੀ ਤਜਰਬਾ ਹੈ ਵੀ ਜਿਹੜੀ ਇਹ ਪੇਡ ਪਾਰਕਿੰਗ ਹੈ, ਭਾਵੇਂ ਸੈਕਟਰ 17 'ਚ ਲੱਗੀ ਹੈ, 22 'ਚ ਲੱਗੀ, 35 'ਚ, 34 'ਚ ਹੈ। ਪੇਡ ਪਾਰਕਿੰਗ ਦਾ ਅਰਥ ਤਾਂ ਇਹ ਹੁੰਦਾ ਵੀ ਕਿਤੇ ਪ੍ਰਸ਼ਾਸਨ ਨੇ, ਕਾਰਪੋਰੇਸ਼ਨ ਨੇ ਪੇਡ ਪਾਰਕਿੰਗ ਬਣਾਈ ਹੈ, ਬਹੁ ਮੰਜ਼ਲੀ ਬਣਾਈ ਹੈ, ਛੱਤ ਦੇ ਥੱਲੇ ਗੱਡੀਆਂ ਖੜ੍ਹਦੀਆਂ ਨੇ। ਜਿੱਥੇ ਪਹਿਲੋਂ ਗੱਡੀਆਂ ਖੜ੍ਹਦੀਆਂ ਤੁਸੀਂ ਸੜਕ ਤੇ ਪੇਡ ਪਾਰਕਿੰਗ ਲਾ ਕੇ, ਪੇਡ ਪਾਰਕਿੰਗ ਥੋੜਾ ਇਹ ਤੇ ਇਹਦਾ ਪਰ ਐਂਟਰੀ ਫੀਸ ਹੋ ਗਈ ਸੈਕਟਰ 22 ਜਾਣ ਲਈ, ਸੈਕਟਰ 35 ਜਾਣ ਲਈ, ਸੈਕਟਰ 34 ਜਾਂ 17 ਜਾਣ ਲਈ। ਨਹੀਂ, ਦੋ ਚੀਜ਼ਾਂ ਸਰ ਇਹਦੇ ਅੰਦਰ ਜਿਹੜੀ ਤੁਸੀਂ ਦੇਖੋਗੇ 17, 22 ਔਰ 35 ਖਾਸ ਕਰਕੇ ਉੱਥੇ ਬਹੁਤ ਜ਼ਿਆਦਾ ਰਸ਼ ਹੈ। ਉੱਥੇ ਸਾਨੂੰ ਵਿਵਸਥਾ ਤਾਂ ਚਾਹੀਦੀ ਹੈ, ਠੀਕ ਹੈ ਨਾ। ਚਾਹੇ ਉਹ ਵਿਵਸਥਾ ਮਾਰਕੀਟ ਵਾਲੇ ਕਰਨ, ਚਾਹੇ ਉਹ ਵਿਵਸਥਾ ਕਾਰਪੋਰੇਸ਼ਨ ਕਰੇ, ਚਾਹੇ ਉਹ ਵਿਵਸਥਾ ਕੋਈ ਠੇਕੇਦਾਰ ਕਰੇ। ਵਿਵਸਥਾ ਤੋਂ ਬਗੈਰ ਅਗਰ ਅਸੀਂ ਪਾਰਕਿੰਗ ਨੂੰ ਇਦਾਂ ਹੀ ਛੱਡ ਦਾਂਗੇ ਤਾਂ ਉਹ ਹੋਸ਼-ਪੋਸ਼ ਹੋ ਜਾਏਗਾ। ਇੱਕ ਤੁਸੀਂ ਇੱਕ ਗੱਲ ਮੰਨਦੇ ਜੇ ਗਾਬੀ ਜੀ, ਤੁਸੀਂ ਬਹੁਤ ਸਿਆਣੇ ਜੇ, ਬੜੇ ਸੀਨੀਅਰ ਲੀਡਰ ਜੇ, ਤੁਸੀਂ ਚੰਡੀਗੜ੍ਹ ਦੇ ਲੋਕਾਂ ਦੀ ਡਟ ਕੇ ਗੱਲ ਕਰਦੇ ਜੇ। ਹੁਣ ਤੱਕ ਪੇਡ ਪਾਰਕਿੰਗ ਜਿਹੜੀ ਹੋਈ ਆ 10 ਰੁਪਏ, 14 ਰੁਪਏ, 20 ਰੁਪਏ ਲੈਂਦੇ ਨੇ। ਅਕਸਰ ਇਹ ਆ ਸੈਕਟਰ 35 ਦੀ ਗੱਲ ਕਰ ਲਈਏ, ਪਰਚੀ ਕੱਟੀ ਚੱਲ ਵੀ ਅੰਦਰ ਕੋਈ ਨਹੀਂ ਹੁੰਦਾ। ਕਿਤੇ ਨਹੀਂ ਲਿਖਿਆ ਹੁੰਦਾ ਵੀ ਫੁੱਲ ਪਾਰਕਿੰਗ, ਬੰਦੇ ਘੁੰਮ ਘੁਮਾ ਕੇ ਉਹਨਾਂ ਨੂੰ ਅਗਲੀ ਮਾਰਕੀਟ ਜਾਣਾ ਪੈਂਦਾ। ਮੈਂ ਉਸੇ ਗੱਲ ਤੇ ਕਹਿਣ ਨੂੰ ਆਉਣਾ ਚਾਹੁੰਦਾ ਜੀ, ਵਿਵਸਥਾ ਦਾ ਮਤਲਬ ਕੀ ਹੈ ਜੀ? ਅਸੀਂ ਕਰਦੇ ਹਾਂ ਜੀ ਸਮਾਰਟ ਪਾਰਕਿੰਗ। ਸਮਾਰਟ ਪਾਰਕਿੰਗ ਦਾ ਮਤਲਬ ਤੁਹਾਡੀ ਐਂਟਰੀ ਤੇ ਸ਼ੁਰੂ ਹੋ ਜਾਂਦਾ, ਤੁਹਾਡੇ ਬੂਮ ਬੈਰੀਅਰ ਹੋਣੇ ਚਾਹੀਦੇ, ਤੁਹਾਡੇ ਟਿਕਟ ਡਿਸਪੈਂਸਰ ਹੋਣੇ ਚਾਹੀਦੇ ਆ, ਤੁਹਾਡੀ ਗੱਡੀਆਂ ਦੇ ਫਾਸਟ ਟੈਗ ਹੋਣਾ ਚਾਹੀਦਾ, ਤੁਹਾਡੇ ਇੱਥੇ ਡਿਜੀਟਲ ਸੈਂਸਰਸ ਹੋਣੇ ਚਾਹੀਦੇ ਆ, ਜਿਹੜਾ ਤੁਹਾਨੂੰ ਜਿੰਨੀ ਜਗ੍ਹਾ ਖਾਲੀ ਹੈ ਉਨੀ ਜਗ੍ਹਾ ਤੁਹਾਡੇ ਮੋਬਾਈਲ ਤੇ, ਤੁਹਾਡੀ ਟੀਵੀ ਤੇ ਸ਼ੋਅ ਕਰੇਗੀ ਕਿ ਇੱਥੇ 200 ਪਾਰਕਿੰਗ ਗੱਡੀ ਦੀ ਪਾਰਕਿੰਗ ਹੈਗੀ ਹੈ, ਇਹਦੇ 'ਚ 180 ਗੱਡੀ ਖੜੀ ਹੈ, 20 ਗੱਡੀ ਦੀ ਪਾਰਕਿੰਗ ਹਜੇ ਅਵੇਲੇਬਲ ਹੈਗੀ ਹੈ। ਪਰ ਅੱਜ ਤੱਕ ਤੇ ਪ੍ਰਬੰਧ ਕਰ ਹੀ ਨਹੀਂ ਸਕੇ ਨਾ ਤੁਸੀਂ। ਉਹਦੇ ਚੀਜ਼ਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਹਰ ਵਾਰ ਸਮਾਰਟ ਪਾਰਕਿੰਗ ਦੇ ਨਾਮ ਤੇ ਠੇਕੇ ਹੁੰਦੇ ਆ, ਲੇਕਿਨ ਜਿਹੜੇ ਵੀ ਠੇਕੇਦਾਰ ਆਉਂਦੇ ਆ, ਸਾਡੀ ਸਰਕਾਰ ਵੀ ਕਰਦੀ ਰਹੀ ਹੈ। ਸਾਡੇ ਟਾਈਮ ਨਹੀਂ ਹੋਏ ਜੀ। ਸਾਡੇ ਟਾਈਮ 5 ਰੁਪਏ ਵਾਲੀ ਪਾਰਕਿੰਗ ਹੁੰਦੀ, ਕਦੀ ਸਮਾਰਟ ਪਾਰਕਿੰਗ ਨਹੀਂ ਕਹੀ ਗਈ ਜੀ। ਬੜਾ ਕਲੀਅਰ ਆ, ਤੁਸੀਂ ਜਿੱਥੇ ਮਰਜ਼ੀ ਇਸ ਗੱਲ ਨੂੰ ਕੱਢ ਸਕਦੇ ਹੋ। ਮੈਂ ਬਿਨਾਂ ਤੱਥ ਤੋਂ ਗੱਲ ਨਹੀਂ ਕਰਾਂਗਾ। ਇਹ ਜਦ ਦੀ ਬੀਜੇਪੀ ਕਾਰਪੋਰੇਸ਼ਨ ਚ ਆਈ ਹੈ, ਉਹਨੇ ਸਮਾਰਟ ਪਾਰਕਿੰਗ ਦੇ ਨਾਮ ਤੇ ਇੱਕ ਲੁੱਟ ਚਲਾਈ। ਇਹ ਬੜਾ ਕਲੀਅਰ ਹੈ। ਮੈਂ ਅੱਜ ਹੀ ਵੀ ਮਿਲ ਕੇ ਆਇਆ ਜੀ ਕਾਰਪੋਰੇਸ਼ਨ ਦੇ ਅੰਦਰ। ਮੈਂ ਇੱਕ ਕੰਪਨੀ ਦਾ ਕਹਿ ਕੇ ਆਇਆ, ਮੈਂ ਇੱਕ ਕੰਪਨੀ ਦੇ ਇਨ ਟੱਚ 'ਚ ਹੈਗਾ। ਉਹ ਕੰਪਨੀ ਚਾਹੁੰਦੀ ਅਸੀਂ ਫ੍ਰੀ 'ਚ ਪਾਰਕਿੰਗ ਚਲਾਉਂਦੇ, ਅਸੀਂ 1 ਰੁਪਿਆ ਨਹੀਂ ਲਾਂਗੇ। ਜੋ ਕਾਰਪੋਰੇਸ਼ਨ 5 ਰੁਪਏ ਲੈਣਾ ਚਾਹੁੰਦੀ ਹੈ, 10 ਰੁਪਏ ਕਾਰਪੋਰੇਸ਼ਨ ਕੋਲ ਪੈਸੇ ਜਾਏਗਾ। ਅਸੀਂ ਤੁਹਾਨੂੰ ਸਮਾਰਟ ਪਾਰਕਿੰਗ ਬਣਾ ਕੇ ਦਿਖਾਉਂਦੇ ਹਾਂ। ਤੁਸੀਂ ਸਾਨੂੰ ਚੰਡੀਗੜ੍ਹ ਦੀ ਕੋਈ 1 ਜਾਂ 2 ਪਾਰਕਿੰਗ ਜਿਹੜੀਆਂ ਤੁਹਾਨੂੰ ਲੱਗਦੀਆਂ ਤੁਸੀਂ ਸਾਨੂੰ ਦਿਓ। ਉਹਦੇ 'ਚ ਬੂਮ ਬੈਰੀਅਰ ਅਸੀਂ ਲਾਵਾਂਗੇ, ਟਿਕਟ ਡਿਸਪੈਂਸਰ ਅਸੀਂ ਲਾਵਾਂਗੇ, ਉਹਦੀ ਡਿਜੀਟਲਾਈਜੇਸ਼ਨ ਜਿਹੜੀ ਮੈਪਿੰਗ ਹੈ ਉਹ ਅਸੀਂ ਕਰਾਂਗੇ। ਸਭ ਕੁਝ ਕਰਕੇ ਦਾਂਗੇ ਫ੍ਰੀ 6 ਮਹੀਨੇ ਸਾਲ ਜਦ ਤੱਕ ਤੁਸੀਂ ਕਹੋਗੇ। ਕਾਰਪੋਰੇਸ਼ਨ ਜਿੰਨੇ ਪੈਸੇ ਚਾਰਜ ਕਰਕੇ ਕਾਰਪੋਰੇਸ਼ਨ ਕੋ ਹੀ ਸਾਰੇ ਪੈਸੇ ਜਾਣਗੇ। ਤੁਹਾਨੂੰ ਪ੍ਰਵਾਨ ਹੈ ਜਿਹੜੀ ਪ੍ਰਪੋਜ਼ਲ ਦੇ? ਨਹੀਂ ਜੀ, ਦੇਖੋ ਮੇਨਲੀ ਕਹਿੰਦੇ ਪਾਰਕਿੰਗ ਠੇਕੇਦਾਰ ਕੇ ਇੱਕ ਐਂਟਰੀ ਤੇ ਬੰਦਾ ਖੜਾ ਕਰਦਾ, ਇੱਕ ਐਗਜ਼ਿਟ ਤੇ ਖੜਾ। 2 ਬੰਦੇ ਮੇਨਲੀ ਨਹੀਂ 2 ਬੰਦੇ ਮੇਨਲੀ ਹੁੰਦੇ। ਸੁਣੋ, ਪਾਰਕਿੰਗ ਐਂਡ ਐਗਜ਼ਿਟ ਕੋਈ ਅੰਦਰ ਪਾਰਕਿੰਗ ਦੇ ਵਿੱਚ ਕੋਈ ਸਿਸਟਮ ਨਹੀਂ ਹੁੰਦਾ। ਹਰ ਜਗ੍ਹਾ ਮੇਰਾ ਆਫਿਸ 22 ਸੈਕਟਰ ਹੈ, ਮੈਂ ਦੇਖਿਆ ਉੱਥੇ ਪਾਰਕਿੰਗ ਜਿਵੇਂ ਕਿਸੇ ਦਿਲ ਕਰਦਾ ਸਕੂਟਰ ਵਾਲਾ ਕਾਰ ਵਾਲੀ ਜਗ੍ਹਾ ਤੇ ਕਰ ਦਿੰਦੇ ਪਾਰਕਿੰਗ, ਬਿਲਕੁਲ ਠੀਕ। ਮੈਂ ਤੁਹਾਨੂੰ ਨਵੀਂ ਗੱਲ ਦੱਸ ਦਿੰਦਾ, ਮੈਂ 1 ਮਿੰਟ ਐਡ ਕਰਦਾ। ਜਦੋਂ ਦੀ ਕਾਰਪੋਰੇਸ਼ਨ ਨੂੰ ਸੰਭਾਲੀ ਹੈ ਪਾਰਕਿੰਗ,
ਉਦੋਂ ਤੁਸੀਂ ਕਹਿੰਦਾ ਨਾ 2 ਬੰਦੇ, 1 ਬੰਦਾ ਹੋ ਗਿਆ, ਪਰਚੀ ਕੱਟਣ ਵਾਲਾ, ਜਦੋਂ ਜਾਣਾ ਉਦੋਂ ਕੋਈ ਚੈੱਕ ਹੀ ਨਹੀਂ ਕਰਦਾ। ਦੇਖੋ ਇਹਦੇ ਬੈਸਟ ਹੈ ਕਿ ਜਿਹੜੇ ਮਾਰਕੀਟ ਕਮੇਟੀ ਨੇ ਉਹ ਬੜੀ ਰਿਸਪੌਂਸਿਬਲ ਹੈਗੀ ਹੈ। ਮਾਰਕੀਟ ਕਮੇਟੀ ਵਾਲੇ ਆਪਣੇ ਆਪ ਮੈਨੇਜ ਕਰਨਗੇ, ਕਿਉਂਕਿ ਉਹਨਾਂ ਦੇ ਗਾਹਕ ਆਉਂਦੇ ਨੇ, ਉਹਨਾਂ ਕੋਲ ਉਹ ਸਮਾਰਟ ਪਾਰਕਿੰਗ ਕਰ ਦੇਣਗੇ ਨਾ। ਥੋੜਾ ਬਹੁਤ ਜੇ ਪੇਮੈਂਟ ਲੈਣੀ ਵੀ ਹੈ ਉਹ ਮਾਰਕੀਟ ਕਮੇਟੀ ਪੇ ਕਰ ਦੇਗੀ। ਜੇ ਪਰ ਪਾਰਕਿੰਗ ਸੇ 50,000 ਰੁਪਏ ਮਹੀਨਾ ਲੈਣਾ ਹੈ। ਇਹ ਤਾਂ ਕਿਤੇ ਮਾਰਕੀਟ ਵਾਲੇ ਇਹ ਤੇ ਨਹੀਂ ਇਤਰਾਜ਼ ਕਰਨਗੇ ਵੀ ਸਾਡੇ ਤੇ ਬੋਝ ਪਾਜਦਾ, ਉਹਨਾਂ ਨੂੰ ਬੰਦੇ ਹਾਇਰ ਕਰਨੇ ਪੈਣਗੇ। ਉਹਨਾਂ ਨੂੰ ਦੇਖੋ ਤਲਵਾਰ ਜਵੈਲਰ ਵਾਲੇ ਤੁਸੀਂ ਦੇਖੇ 20 ਸਾਲ ਤੋਂ ਚੱਲ ਰਹੇ, ਬਹੁਤ ਸਭ ਤੋਂ ਵਧੀਆ ਚੱਲ, ਜਦੋਂ ਉਹ ਚਲਾ ਸਕਦੇ ਨੇ। ਤੇ ਇੱਥੇ ਬੜੀ 17 ਸੈਕਟਰ ਏਡੀ ਵੱਡੀ ਮਾਰਕੀਟ ਹੈ, ਉਹਨਾਂ ਨੂੰ 5-7 ਬੰਦੇ ਜੇ ਕੰਟਰੀਬਿਊਟ ਕਰ ਵੀ ਲੈਣਗੇ 1000-2000 ਰੁਪਏ ਮਹੀਨਾ, ਕਿੰਨੇ ਕੁ ਬੜੇ। ਅਸਲੀ ਗੱਡੀ ਤਾਂ ਉਹਨਾਂ ਦੀ ਹੁੰਦਾ, ਜਿਵੇਂ ਹੁਣ ਮੇਰਾ ਸ਼ੋਰੂਮ ਹੈ ਤਾਂ 5 ਗੱਡੀਆਂ ਤਾਂ ਮੇਰੀਆਂ ਹੋ ਜਾਂਦੇ ਨੇ, ਸ਼ੋਰੂਮ ਵਾਲਿਆਂ ਦੀ ਗੱਡੀਆਂ ਦੇ ਪਲੱਸ ਉਹਨਾਂ ਦੇ ਕਸਟਮਰ ਦੇ ਗੱਡੀਆਂ। ਉਹਨਾਂ ਨੂੰ ਫਾਇਦਾ ਹੈ ਨਾ, ਜੋ ਅੱਛੀ ਪਾਰਕਿੰਗ ਕਰ ਦੇਣਗੇ। ਅੱਛਾ ਇੱਕ ਉੱਥੇ ਜਿਵੇਂ ਦੀਵਾਲੀ ਦੇ ਦਿਨਾਂ 'ਚ ਬੜੇ ਅੱਛੇ ਉਹ ਲਗਾ ਦਿੰਦੇ ਨੇ, ਉੱਥੇ ਡੈਕੋਰੇਸ਼ਨ ਕਰ ਦਿੰਦੇ ਸਭ ਕੁਝ, ਤੇ ਉਹ ਬਲਕਿ ਅੱਛਾ ਉਹਨਾਂ ਨੂੰ ਇੱਥੇ ਜ਼ਿਆਦਾ ਜੇ ਮਾਰਕੀਟ ਕਮਿਸ਼ਨਰ ਨੂੰ ਜਾਂ ਆਪਣੇ ਇਹਨਾਂ ਨੂੰ ਪੈਸਾ ਹੀ ਕਮਾਉਣਾ ਤਾਂ ਉੱਥੇ ਐਡਵਰਟਾਈਜ਼ਮੈਂਟ ਕਰ ਦੇਣ, ਯੂਨੀਪੋਲ 'ਚ ਲਗਾ ਦੇਣ ਐਡਵਰਟਾਈਜ਼ਮੈਂਟ 'ਚ, ਉੱਥੇ ਐਡਵਰਟਾਈਜ਼ਮੈਂਟ ਤੋਂ ਇਨਕਮ ਲੈ ਲੈਣ। ਇਨਕਮ ਦਾ ਬਥੇਰੇ, ਕਿਉਂਕਿ 10 ਕਰੋੜ ਰੁਪਏ ਨੋਟ ਹੈ ਬਿਗ ਅਮਾਊਂਟ ਐਮਸੀ ਵਾਸਤੇ। 10 ਕਰੋੜ ਵਾਸਤੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ, ਮੇਰੇ ਖਿਆਲ 'ਚ ਕੋਈ ਇਹ ਫ੍ਰੀ ਸਾਹਿਬ ਜਿਵੇਂ ਜੇ ਕਹਿੰਦੇ ਫ੍ਰੀ ਵੈਸੇ ਵੀ ਕਰ ਦੇਣ, ਸਮਾਰਟ ਕਰ ਦੇਣ, ਫ੍ਰੀ ਕਰ ਦੇਣ, ਕਿੰਨਾ ਕੁ ਵੱਡੀ ਗੱਲ ਹੈ। 5-7 ਕਰੋੜ ਰੁਪਏ ਜੇ ਲੋਕਾਂ ਦੀ ਸੇਵਾ ਵੀ ਕਰ 5-7 ਕਰੋੜ ਜੇ ਖਰਚ ਵੀ ਹੋ ਜਾਂਦਾ ਤੇ ਐਡੀ ਕਿੱਡੀ ਗੱਲ ਹੈ। ਪੇਪਰ ਤੇ ਵੀ ਤਾਂ ਤੁਸੀਂ ਪੈਸੇ ਕਰੋੜਾਂ ਰੁਪਏ ਵੇਸਟ ਕਰਦੇ ਰਹੇ। ਜਿਵੇਂ ਇਹ ਕਹਿ ਰਹੇ, ਇਹ ਤਜਰਬਾ ਲੋਕਾਂ ਨੂੰ ਬੜਾ ਕੌੜਾ ਲੱਗਾ ਹੈ ਜਿਹੜਾ ਇਹ ਪੇਡ ਪਾਰਕ ਕੀਤਾ। ਇਹ ਸਭ ਕਿਤੇ ਨਾ ਕਿਤੇ ਇਹ ਗੱਲ ਹੋ ਸਕਦੀ ਹੈ ਵੀ ਜਿਵੇਂ ਤੁਸੀਂ ਕਹਿੰਦੇ ਜੇ ਵੀ ਜੇ ਉਦਾਂ ਦੀ ਵਿਵਸਥਾ ਹੁੰਦੀ, ਆਉਂਦਿਆਂ ਗੱਡੀ ਲਵਾਉਂਦੇ, ਚੈੱਕ ਕਰਦੇ, ਕਿਸੇ ਦੀ ਗੱਡੀ ਦੇ ਪਿੱਛੇ ਕੋਈ ਗੱਡੀ ਨਾ ਲੱਗਦੀ, ਪਰ ਇਹ ਤੇ ਕਈ ਸਾਲਾਂ ਤੋਂ ਇਦਾਂ ਚੱਲ ਰਿਹਾ। ਮੈਂ ਸਰ ਬੜਾ ਕਲੀਅਰ, ਤੁਸੀਂ ਬਹੁਤ ਸੀਨੀਅਰ ਜਰਨਲਿਸਟ ਹੋ, ਤੁਸੀਂ ਹਮੇਸ਼ਾ ਸ਼ਹਿਰ ਨੂੰ ਕਵਰ ਕੀਤਾ, ਸਾਨੂੰ ਵੀ ਬਹੁਤ ਕੁਝ ਸਿਖਾਇਆ। ਮੈਂ ਜਦ ਯੂਥ ਕਾਂਗਰਸ ਦਾ ਪ੍ਰਧਾਨ ਸੀ, ਮੈਂ ਤੁਹਾਨੂੰ ਬਹੁਤ ਗਾਈਡੈਂਸ ਲਿੱਤੀ ਉਸ ਟਾਈਮ ਵੀ। ਸਾਡਾ ਕਹਿਣ ਦਾ ਮਤਲਬ ਹੈ ਫਿਰ ਬੜਾ ਕਲੀਅਰ ਹੈ, ਸਮਾਰਟ ਪਾਰਕਿੰਗ ਮਤਲਬ ਸਮਾਰਟ ਪਾਰਕਿੰਗ ਲੋਕਾਂ ਨੂੰ ਸਹੂਲਤ ਹੋਵੇ, ਠੀਕ ਹੈ ਨਾ, ਸਮਾਰਟ ਪਾਰਕਿੰਗ ਹੋਵੇ। ਲੇਕਿਨ ਉਹਦੇ 'ਚ ਇਹ ਨਹੀਂ ਹੋਏਗਾ ਕਿ 2 ਬੰਦੇ। ਸਮਾਰਟ ਪਾਰਕਿੰਗ 'ਚ ਬੜਾ ਕਲੀਅਰ ਸਿਸਟਮ ਹੈ ਜੀ, ਬੂਮ ਬੈਰੀਅਰਸ ਹੁੰਦੇ ਆ, ਟਿਕਟ ਡਿਸਪੈਂਸਰ ਹੁੰਦੇ ਆ, ਤੁਹਾਡੀ ਡਿਜੀਟਲ ਮਾਰਕਿੰਗ ਹੋਈ ਹੁੰਦੀ ਹੈ, ਤੁਹਾਡੇ ਟੀਵੀ ਦੇ ਉੱਤੇ, ਤੁਹਾਡੇ ਮੋਬਾਈਲ ਦੇ ਉੱਤੇ ਸਾਰਾ ਕੁਝ ਆਉਂਦਾ ਕਿ ਅਗਰ ਮੈਂ ਉਸ ਮਾਰਕੀਟ 'ਚ ਜਾ ਰਿਹਾ ਉੱਥੇ ਕਿੰਨੀ ਸਪੇਸ ਹੈਗੀ ਹੈ, ਨਹੀਂ ਹੈਗੀ। ਅਸੀਂ ਉਹ ਸਮਾਰਟ ਪਾਰਕਿੰਗ ਚਾਹੁੰਦੇ ਹਾਂ। ਉਹ ਸਮਾਰਟ ਪਾਰਕਿੰਗ ਦੇ ਨਾਲ ਬਹੁਤ ਕੰਪਨੀਆਂ, ਬਹੁਤ ਵੱਡੀ ਕੰਪਨੀਆਂ ਜੋ ਸਿਰਫ ਤੁਹਾਨੂੰ ਐਡਵਰਟਾਈਜ਼ਮੈਂਟ ਦੇ ਉੱਤੇ ਹੀ ਫ੍ਰੀ ਕਰ ਦੇਣਗੀਆਂ, ਜੋ ਤੁਹਾਡੇ ਤੋਂ ਇੱਕ ਪੈਸਾ ਨਹੀਂ ਲੈਣਗੇ, ਮੈਂ ਤੁਹਾਨੂੰ ਐਡਵਰਟਾਈਜ਼ਮੈਂਟ ਦੇ ਪੈਸੇ ਦੇਣਗੀਆਂ ਕਿ ਉਹਨਾਂ ਨੂੰ ਉਸ ਮਾਰਕੀਟ ਦੇ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ। ਸੈਕੰਡਲੀ ਜੋ ਗਰਗ ਸਾਹਿਬ ਕਹਿ ਰਹੇ ਹੈ ਕਿ ਜੀ ਮਾਰਕੀਟ ਐਸੋਸੀਏਸ਼ਨ ਨੂੰ ਦੇ ਦਿਓ, ਤੁਸੀਂ ਉਹ ਵੀ ਦੇ ਸਕਦੇ ਹੋ, ਪਰ ਤੁਸੀਂ ਤੁਹਾਨੂੰ ਇੱਕ ਮਾਰਕੀਟ ਤੋਂ ਮੰਗਣਾ ਪਏਗਾ ਕਿਹੜੀ ਮਾਰਕੀਟ ਹੈ ਜਿਹੜੀ ਆਪ ਚਲਾਉਣਾ ਚਾਹੁੰਦੀ ਹੈ, ਕਿਉਂਕਿ ਹਰ ਮਾਰਕੀਟ ਨਹੀਂ ਚਲਾ ਪਾਏਗੀ, ਆਪਸ਼ਨ ਲੈਣੀ ਪਏਗੀ। ਹਾਂ, ਜਿਹੜੀ ਤਲਵਾਰ ਜੁਵੈਲਰ ਦੀ ਗੱਲ ਕਰ ਰਹੇ ਆ ਉਹ ਇੱਕ ਬੜੀ ਛੋਟੀ ਪਾਰਕਿੰਗ ਹੈ, ਉਹ ਸਾਰੇ ਜੁਵੈਲਰਸ ਹੈ ਔਰ ਉਹ ਬੜੇ ਵੈਲ ਪਲਾਨਡ ਬਹੁਤ ਵੱਡੇ ਦੁਕਾਨਦਾਰ ਹੈ, ਉਹ ਆਪਣੇ ਉਸ ਲੈਵਲ ਕਰ ਰਹੇ, ਫਰਕ ਨਹੀਂ ਪੈਂਦਾ। ਲੇਕਿਨ ਹੁਣ ਅਗਰ ਅਸੀਂ 17 ਦੀ ਚਲੇ ਜਾਵਾਂਗੇ, ਕਿਹਨੂੰ ਪਤਾ ਕਿ ਇੱਧਰ ਗੱਡੀ ਖੜੀ ਕਰੇ ਕੋਣ ਕਿਤੇ ਕੋਲ। ਗਾਬੀ ਸਾਹਿਬ ਇੱਕ ਗੱਲ ਜਿਹੜੀ ਨਾ ਹਜਮ ਨਹੀਂ ਹੋ ਰਹੀ, ਸਾਰੇ ਮੈਨੂੰ ਨਹੀਂ, ਮੈਂ ਤੁਹਾਡੇ ਕੋਲ ਆ ਰਿਹਾ, ਚੰਡੀਗੜ੍ਹ ਦੇ ਲੋਕਾਂ ਨੂੰ ਵੀ ਸੜਕ ਤੇ ਪੇਡ ਪਾਰਕਿੰਗ ਕਾਹਦੀ ਹੋਈ। ਇਹ ਜਿਵੇਂ ਫਾਰ ਐਗਜ਼ਾਮਪਲ ਇਹ 30 ਸੈਕਟਰ ਹੈ, ਇੱਥੇ ਪੇਡ ਪਾਰਕਿੰਗ ਕਾਹਦੀ ਹੈ। ਇਹ ਤੇ ਜਿਹੜਾ ਸਪੇਸ ਦਿੱਤੀ ਹੈ ਦੁਕਾਨਦਾਰਾਂ ਨੂੰ ਦਿੱਤੀ ਹੈ ਆਪਣੀਆਂ ਗੱਡੀਆਂ ਲਾਉਣ ਲਈ। ਤਲੋਚਨ ਇੱਕ ਹੋਰ ਚੀਜ਼ ਹੈ, ਚੰਡੀਗੜ੍ਹ 'ਚ ਬਹੁਤ ਜਗ੍ਹਾ ਤੇ ਅੰਡਰਗਰਾਉਂਡ ਪਾਰਕਿੰਗ ਬਣਾਇਆ ਸੀ, 15-20 ਸਾਲ ਤੋਂ ਬਣੀਆਂ ਪਈਆਂ, ਉਹ ਸਾਰੇ ਮਗੇ ਕੂੜਾ ਬਣਿਆ ਪਿਆ ਉੱਥੇ, ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਤੇ ਉਹੀ ਮੇਨਟੇਨ ਕਰਨੇ ਉੱਥੇ ਬਹੁਤ ਜ਼ਿਆਦਾ ਅੱਛਾ ਹੋ ਜਾਏ। ਜਿਹੜੀ ਤਾਂ ਦੇਖੋ ਤੁਹਾਡੀ ਗੱਲ ਠੀਕ ਹੈ, ਜਿਵੇਂ ਮਲਟੀ ਲੈਵਲ ਪਾਰਕਿੰਗ ਬਣਾਉਂਦੇ ਉੱਥੇ ਤੁਸੀਂ 10 ਰੁਪਏ 15 ਰੁਪਏ ਲੈ ਲੈਂਦੇ ਹੋ, ਠੀਕ ਹੈ। ਜਿਹੜੀ ਇਹ ਤੁਸੀਂ ਫ੍ਰੀ ਹੈਗੀ ਜਿਹੜੀ ਲੋਕਾਂ ਦੀ ਜਗ੍ਹਾ ਹੈ ਉਸ ਤੇ ਪੈਸਾ ਲੈਣਾ ਕੋਈ ਬੰਦ। ਦੂਸਰਾ ਕੀ ਹੈ ਕਿ ਦੇਖੋ ਤੁਸੀਂ ਜੋ ਕਾਰ ਲੈਂਦੇ ਹੋ ਉਹਦੇ ਵੀ ਰੋਡ ਟੈਕਸ ਲੈਂਦੇ ਹੋ, ਪੈਟਰੋਲ ਤੇ ਡੀਜ਼ਲ 'ਚ 50% ਤੁਹਾਡਾ ਟੈਕਸ ਹੈ, ਹਰ ਇੱਕ ਚੀਜ਼ ਟੈਕਸ ਲੈ ਰਹੇ ਹੋ, ਤੇ ਜੇ ਤੁਸੀਂ 10 ਰੁਪਏ ਦਾ ਫ੍ਰੀ ਵੀ ਕਰ ਦੋਗੇ ਤਾਂ ਬਹੁਤ ਵੱਡੀ ਆਫਤ ਨਹੀਂ ਆਏਗੀ। ਦਿਸ ਸ਼ੁੱਡ ਬੀ ਫ੍ਰੀ, ਈਵਨ ਜੇ ਕਾਰਪੋਰੇਸ਼ਨ ਦਾ ਕੁਝ ਖਰਚਾ ਵੀ ਹੋ ਰਿਹਾ ਤਾਂ ਵੀ ਇਹਨੂੰ ਫ੍ਰੀ ਕਰਨ 'ਚ ਕੋਈ ਵੱਡੀ ਗੱਲ ਨਹੀਂ। ਕੋਈ 10-10 ਰੁਪਏ ਦਿੰਦੇ ਹੋਏ ਨਾ, ਬਹੁਤ ਮੈਂ ਖੁਦ ਜਦੋਂ ਕੋਈ ਗੱਡੀ ਖਰੀਦਦਾ ਰੋਡ ਟੈਕਸ ਦੇ ਦਿੰਦਾ ਪਹਿਲਾਂ, ਖੁਦ ਅਫੋਰਡ ਕਰ ਸਕਦਾ, ਕੋਈ ਦਿੱਕਤ ਨਹੀਂ। ਲੇਕਿਨ ਮੇਰਾ ਵੀ 20 ਵਾਰੀ ਉੱਥੇ ਝਗੜਾ ਹੋ ਜਾਂਦਾ ਹੈ ਕਿਉਂਕਿ ਉਹ ਇੰਨੇ ਬਦਤਮੀਜ਼ੀ ਗੱਲ ਕਰਦੇ ਨੇ ਕਿ ਉਦੋਂ ਇਹ ਹੁੰਦਾ ਕਿ ਯਾਰ ਮਗੇ ਮੇਰੇ ਜੈਸੇ ਬੰਦੇ ਨੂੰ, ਪੀਸਫੁਲ ਬੰਦੇ ਨੂੰ ਗੁੱਸਾ ਆ ਜਾਂਦਾ, ਠੰਡੇ ਬੰਦੇ ਹਾਂ ਮੈਨੂੰ ਗੁੱਸਾ ਤੇ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਊਗਾ। ਪਰ ਕਹਿੰਦੇ ਜੀ ਇੱਕ ਦੱਸੋ, ਇਹ ਤੇ ਰੌਲਾ ਪੈ ਗਿਆ ਵੀ ਪੇਡ ਪਾਰਕਿੰਗ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਚੰਡੀਗੜ੍ਹ 'ਚ ਕਿੰਨੀ ਮਾੜੀ ਹਾਲਤ ਹੈ ਪਾਰਕਿੰਗ ਦੀ, ਗਲੀਆਂ 'ਚ ਗੱਡੀਆਂ ਖੜੀਆਂ ਨੇ, ਲੰਘਣ ਦੀ ਥਾਂ ਨਹੀਂ ਗੀ, ਕਿੱਥੇ ਨਗਰ ਨਿਗਮ ਸੁੱਤੀ ਪਈ ਹੈ, ਪ੍ਰਸ਼ਾਸਨ ਕਿੱਥੇ ਸੁੱਤਾ ਪਿਆ, ਕਿੰਨੇ ਮੇਅਰ ਗਏ, ਕਿੰਨੇ ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ ਗਏ, ਉਹਦਾ ਤੇ ਕੋਈ ਪ੍ਰਬੰਧ ਕੀਤਾ ਨਹੀਂ। ਤੁਸੀਂ ਜੀ ਅਗਰ ਸਹੀ ਵਿਵਸਥਾ ਦੇਖਣੀ ਚਾਹੁੰਦੇ ਹੋ, ਸਹੀ ਹਾਲਾਤ ਦੇਖਣੇ ਚਾਹੁੰਦੇ ਹੋ ਕਿ ਸੜਕਾਂ ਦੇ ਉੱਤੇ ਕੀ ਹਾਲ ਪਾਰਕਿੰਗ, ਤੁਸੀਂ ਸਾਡੇ 45 ਸੈਕਟਰ ਆਓ ਜੀ, ਬੜੈਲ ਵਾਲੇ ਹਰੇਕ ਸੈਕਟਰ 'ਚ ਇਹੀ ਹਾਲ ਨਹੀਂ, ਸਾਡੇ ਆਓ ਜੀ ਤਾਂ ਸਾਡੇ ਘਰਾਂ ਦੇ ਅੱਗੇ ਗੱਡੀਆਂ ਲਾ ਕੇ ਜਾਂਦੇ ਆ, ਬੜੈਲ ਵਾਲੇ ਆਉਂਦੇ ਆ, ਉਹਨਾਂ ਨੇ ਆਪਣੇ ਪੈਸੇ ਕਮਾਉਣ ਆਉਣਾ ਜੀ, ਆਪਣੀ ਦੁਕਾਨਦਾਰੀ ਕਰਨਾ, ਲੇਕਿਨ ਗੱਡੀਆਂ ਜਿਹੜੇ 45 ਸੈਕਟਰ ਦੇ ਘਰਾਂ ਦੇ ਅੱਗੇ ਹੁੰਦੀਆਂ। ਮੈਂ ਗਵਰਨਰ ਸਾਹਿਬ ਤੋਂ ਲੈ ਕੇ ਐਡਵਾਈਜ਼ਰ ਸਾਹਿਬ ਤੋਂ ਲੈ ਕਰਕੇ ਹਰ ਜਗ੍ਹਾ ਰੋਲਾ ਪਾ ਲਿਆ, ਐਸਐਸਪੀ ਟ੍ਰੈਫਿਕ ਨੂੰ ਕਹਤਾ ਗੱਡੀਆਂ ਟੋਵੇ ਕੀਤੀਆਂ ਜਾਣ, ਲੇਕਿਨ ਕਿਸੇ ਦੇ ਸਿਰ ਤੇ ਜੂ ਨਹੀਂ ਰਹਿੰਦੀ, ਕਿਉਂਕਿ ਵੱਡੇ ਉੱਥੇ ਜਿਹੜੇ ਆ ਸਰਮਾਏਦਾਰ ਬੈਠੇ ਆ, ਵੱਡੇ ਬਿਜ਼ਨਸਮੈਨ ਬੈਠੇ ਆ, ਉਹ ਕਿਸ ਪਾਰਟੀ ਨੂੰ ਸਪੋਰਟ ਕਰਦੇ ਆ ਤੁਹਾਨੂੰ ਵੀ ਪਤਾ। ਮੋਸਟਲੀ ਤੁਸੀਂ ਆ ਕੇ ਦੇਖੋ ਬੜੈਲ ਦੇ ਜਿਹੜਾ ਕੇਸ਼ਵਰਾ ਕੰਪਲੈਕਸ ਹੈ
ਉਹ ਕਿਹਨੂੰ ਸਪੋਰਟ ਕਰਦਾ ਸਭ ਨੂੰ ਪਤਾ ਹੈ। ਸਾਰੇ ਬੀਜੇਪੀ ਨਾਲ ਹੈ। ਬਿਲਕੁਲ ਜੀ, ਬੜਾ ਕੋੜਾ ਸ਼ਬਦ ਹੈ ਜੀ ਇਹ। ਲੇਕਿਨ ਤੁਸੀਂ ਕਾਂਗਰਸ ਤੇ ਆਪ ਤੋਂ ਉਹਨਾਂ ਦਾ ਖਹਿੜਾ ਛਡਾ ਰਹੇ ਜੀ। ਖਹਿੜੇ ਦੀ ਗੱਲ ਨਹੀਂ ਹੈਗੀ ਜੀ, ਲੇਕਿਨ ਗੱਲ ਇਹ ਹੈ ਕਿ ਮੇਰਾ ਘਰ ਹੈ, ਮੈਂ ਖਰੀਦਿਆ ਹੈ। ਮੇਰੇ ਘਰ ਦੇ ਬਾਹਰ ਆ ਕੇ ਪਾਰਕਿੰਗ ਕਰਨ ਦਾ ਕੀ ਮਤਲਬ ਬੰਦਾ ਬੜੈਲ ਦੇ ਦੁਕਾਨਦਾਰ ਦਾ? ਇਹ ਗੱਲ ਸਾਡੇ ਉੱਤੇ ਸੜਕਾਂ ਬੰਦ ਹੁੰਦੀਆਂ। ਮੇਰੇ ਕੋਲ ਕੱਲ ਦੇ ਇੱਕ ਵੀਡੀਓਜ਼ ਕਹਿੰਦਾ, ਮੈਂ ਤੁਹਾਨੂੰ ਹੁਣ ਇੱਥੇ ਲਾਈਵ ਦਿਖਾ ਦਿੰਦਾ। ਗੱਡੀਆਂ ਖੜੀਆਂ, ਉਹ ਆਪਸ 'ਚ ਵੱਜਣ ਲੱਗ ਗਈਆਂ। ਮਤਲਬ ਉਹਨੇ ਇੰਨਾ ਕਿ ਰਸਤਾ ਵੀ ਨਹੀਂ ਛੱਡਿਆ ਕਿ ਵੀ ਇੱਕ ਸਾਈਕਲ ਨਿਕਲ ਸਕੇ। ਗੱਡੀਆਂ ਆਪਸ 'ਚ ਝੀੜ ਖਾ ਗਈਆਂ। ਮਤਲਬ ਇਹ ਵਿਵਸਥਾ, ਇਹ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਸਾਡੇ ਉੱਥੇ ਇੱਕ ਮੰਡੀ ਗਰਾਊਂਡ ਹੈ, ਮੈਂ ਉਹਦੇ ਵਾਸਤੇ ਦੇ ਇੱਥੇ ਮਲਟੀ ਲੈਵਲ ਪਾਰਕਿੰਗ ਬਣਾਤੀ ਜਾਏ ਤਾਂ ਕਿ ਜਿਹੜਾ ਬੜੈਲ ਦਾ ਦੁਕਾਨਦਾਰ ਵੀ ਉੱਥੇ ਖੜਾ ਕਰ ਸਕੇ। ਮੈਂ ਗਵਰਨਰ ਸਾਹਿਬ ਕੋਲ ਵੀ ਜਾ ਚੁੱਕਾ, ਐਡਵਾਈਜ਼ਰ ਸਾਹਿਬ ਕੋਲ ਜਾ ਚੁੱਕਾ, ਲੇਕਿਨ ਹਜੇ ਤੱਕ ਉੱਥੇ ਕੋਈ ਕੰਮ ਨਹੀਂ ਹੁੰਦਾ। ਔਰ ਮੈਂ ਦੁਕਾਨਦਾਰਾਂ ਨੂੰ ਰਿਕੁਐਸਟ ਕੀਤੀ, ਉੱਥੇ ਇੱਕ ਡੰਪਿੰਗ ਗਰਾਊਂਡ ਸੀ ਤਰੀਕੇ ਦਾ, ਮੈਂ ਉਹਨੂੰ ਸਾਰਾ ਸਾਫ਼ ਕਰਾਂ, ਤੁਸੀਂ ਜਾ ਕੇ ਦੇਖੋ ਬਿਲਕੁਲ ਸਾਫ਼ ਹੈ, ਪਲੇਨ ਹੈ, ਲੇਕਿਨ ਉਹ ਉੱਥੇ ਗੱਡੀਆਂ ਨਹੀਂ ਖੜੀਆਂ ਕਰਦੇ। ਉਹਨਾਂ ਨੂੰ ਇਹ ਹੈ ਕਿ ਅਸੀਂ ਗੱਡੀਆਂ ਜਿਹੜੀਆਂ ਇਹਨਾਂ ਦੇ ਘਰਾਂ ਦੇ ਅੱਗੇ ਖੜਾ ਕਰੀਏ, ਸਾਡੀ ਗੱਡੀ ਦਾ ਧਿਆਨ ਵੀ ਰੱਖਣਗੇ, ਚੌਂਕੀਦਾਰਾ ਵੀ ਕਰਨਗੇ, ਸਾਡੀ ਗੱਡੀ ਨੂੰ ਨੁਕਸਾਨ ਵੀ ਨਹੀਂ ਹੋਏਗਾ। ਉਹ ਜਿਹੜੀ ਤਕਲੀਫ ਹੈ ਉਹ 45 ਵਾਲੇ ਨੂੰ ਹੋਏਗੀ, ਔਰ ਪੈਸਾ ਜੋ ਹੈ ਉਹ ਬੜੈਲ ਵਾਲੇ ਕਮਾਉਣਗੇ। ਬਿਲਕੁਲ। ਤੇ ਆਪਣੇ ਗਿਰ ਸਾਹਿਬ, ਆਮ ਆਦਮੀ ਪਾਰਟੀ ਬੜੀ ਵੱਡੀ ਪਾਰਟੀ ਬਣ ਗਈ ਚੰਡੀਗੜ੍ਹ 'ਚ, ਹੁਣ 14 ਕਾਉਂਸਲਰ ਨੇ। ਟ੍ਰੈਫਿਕ, ਆਪਾਂ ਪਾਰਕਿੰਗ ਤੋਂ ਅੱਗੇ ਟ੍ਰੈਫਿਕ ਵਾਲੇ ਪਾਸੇ ਹੈ, ਟ੍ਰੈਫਿਕ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ, ਔਰ ਉਹਦਾ ਹੱਲ ਕਰਨ ਦਾ ਕਈ ਸਾਲਾਂ ਤੋਂ, ਮੈਂ ਤਾਂ ਕਹੂੰ ਦਹਾਕਿਆਂ ਤੋਂ ਕੋਈ ਪ੍ਰਬੰਧ ਹੀ ਨਹੀਂ ਕੀਤਾ। ਲੱਗਦਾ ਨਹੀਂ ਇੱਕ ਦਿਨ ਚੋਕ ਹੋ ਜਾਣਗੀਆਂ ਸਾਡੀਆਂ ਸੜਕਾਂ। ਨਹੀਂ, ਬਿਲकुल ਬਹੁਤ ਇਹ ਬਹੁਤ ਬੜੀ ਸਮੱਸਿਆ ਬਣਦੀ ਜਾ ਰਹੀ ਹੈ। ਇਹਦੇ ਵਾਸਤੇ ਇੱਕੋ ਤਰੀਕਾ ਹੈ ਕਿ ਵੀ ਜੋ ਟ੍ਰੈਫਿਕ ਮੈਨੇਜਮੈਂਟ ਹੈ ਨਾ, ਉਹ ਬਿਲਕੁਲ ਗ੍ਰਿਡ ਸਿਸਟਮ ਹੈ ਜਾਂ ਪਬਲਿਕ ਟਰਾਂਸਪੋਰਟ ਹੈ। ਪਬਲਿਕ ਟਰਾਂਸਪੋਰਟ ਨੂੰ ਬਹੁਤ ਜ਼ਿਆਦਾ ਸਟਰੈਂਥਨ ਕਰਨ ਦੀ ਲੋੜ ਹੈ। ਇੱਥੇ ਜਿਵੇਂ ਬਾਹਰ ਦੇ ਕੰਟਰੀਜ਼ ਹੈਗੇ ਨਾ, ਟ੍ਰੈਮਵੇ, ਦੂਸਰੇ ਪ੍ਰਾਈਵੇਟ ਬੱਸਿਸ, ਇੱਥੇ ਹੁਣ ਚੰਡੀਗੜ੍ਹ ਪ੍ਰਾਈਵੇਟ ਬੱਸਿਸ ਅਲਾਉਡ ਹੀ ਨਹੀਂ। ਲੋਕਲ ਪ੍ਰਾਈਵੇਟ ਬੱਸਿਸ ਕਰਦੇ ਨੇ ਲੋਕ ਆਪਣੇ ਤਰੀਕੇ ਨਾਲ ਚਲਾਉਣ ਬੱਸਿਸ, ਡੋਰ ਟੂ ਡੋਰ। ਉਹਦੇ ਨਾਲ ਕੀ ਹੈ ਕਿ ਤੁਹਾਡਾ ਕਾਫੀ ਹੱਦ ਤੱਕ ਖਤਮ ਹੋ ਜਾਏਗਾ। ਈਵਨ ਜਿਹੜੇ ਐਗਰੀਗੇਟਰ ਵੀ ਹੈਗੇ ਉਹਨਾਂ ਨੂੰ ਵੀ ਇਹ ਰਾਦਰ ਪ੍ਰੋਬਲਮ ਕ੍ਰੀਏਟ ਕਰਦੇ ਰਹਿੰਦੇ ਨੇ। ਪਰ ਉਹ ਤਾਂ ਤੁਸੀਂ ਲੋਕਾਂ ਨੂੰ ਸਲਾਹ ਦੇ ਰਹੇ ਜੇ ਕਿ ਪਿਛਲੇ ਦਹਾਕਿਆਂ 'ਚ ਕੋਈ ਓਵਰ ਬ੍ਰਿਜ, ਕੋਈ ਅੰਡਰਪਾਸ ਕਿਉਂ ਨਹੀਂ ਬਣਿਆ? ਨਹੀਂ, ਉਹੀ ਨਾ, ਦੇਖੋ ਜਿਹੜੇ ਅੰਡਰ ਬ੍ਰਿਜ ਵੀ ਆਉਂਦੇ ਨੇ ਉਹ ਵੀ ਕਾਮਯਾਬ ਨਹੀਂ ਹੋ ਰਹੇ। ਉੱਥੇ ਵੀ ਲੋਕ ਸ਼ਾਪਸ ਖੋਲ ਕੇ ਬੈਠ ਜਾਂਦੇ ਨੇ। ਇਹ ਤਾਂ ਹੁਣ ਇੱਕ ਕੰਪਰੀਹੈਂਸਿਵ ਪਲਾਨ ਬਣਾਉਣੀ ਪਏਗੀ, ਜਿਵੇਂ ਮੈਟਰੋ ਦਾ ਜਾਂ ਮੋਨੋਰੇਲ ਦਾ ਜੋ ਵੀ ਹੈਗਾ, ਉਹ ਵੀ ਏਜੰਡਾ ਲੈ ਲਿਆ ਜਾਵੇ। ਮੈਟਰੋ ਦਾ ਅੱਜ ਨਕਸ਼ਾ ਬਣੂਗਾ ਤੇ 30 ਸਾਲਾਂ ਨੂੰ ਚੱਲੇਗੀ। ਹਾਂਜੀ, ਮੈਂ ਤੁਹਾਨੂੰ ਦੱਸਦਾ ਜੋ ਗਰਗ ਸਾਹਿਬ ਨੇ ਕਿਹਾ ਕਿ ਵੀ ਅਸੀਂ ਪਬਲਿਕ ਜਿਹੜੀ ਟਰਾਂਸਪੋਰਟ ਸੀ ਉਹਨੂੰ ਸਟਰੈਂਥਨ ਕਰਦੇ। ਬੰਸਲ ਸਾਹਿਬ ਨੇ ਇਹਦੇ ਵਾਸਤੇ ਕੰਮ ਕੀਤਾ, ਮੈਟਰੋ ਤਿਆਰ ਕੀਤੀ, ਸਾਰੇ ਏਜੰਡੇ ਸਭ ਕੁਝ ਸਿਸਟਮ ਤਿਆਰ ਹੋ ਗਿਆ, ਲੇਕਿਨ ਮੈਡਮ ਕਿਰਨ ਖੇਰ ਨੇ ਆਉਂਦੇ ਹੀ 2014 ਜਿੱਦੇ ਹੀ ਸਿੱਧਾ 1-2 ਲਾਈਨ ਲਿਖ ਕੇ ਦਿੱਤੀਆਂ ਕਿ ਮੈਟਰੋ ਦੀ ਕੋਈ ਲੋੜ ਨਹੀਂ ਚੰਡੀਗੜ੍ਹ ਦੇ ਅੰਦਰ। ਪਤਾ ਲੱਗਾ ਸਰਵੇ ਤੇ ਵੀ ਲੱਖਾਂ ਕਰੋੜਾਂ ਰੁਪਏ ਖਰਚ ਤੇ। ਉਸ ਟਾਈਮ 6 ਕਰੋੜ ਰੁਪਏ ਖਰਚ ਹੋਏ ਸੀ ਜੀ, ਜਿੰਨਾ ਕਿ ਮੈਨੂੰ ਪਤਾ, ਉਸਦਾ ਮੈਂ ਗਲਤ ਵੀ ਹੋਵਾਂ, ਮੈਂ ਸਹੀ ਨਹੀਂ ਕਹਿੰਦਾ, ਪਰ ਮੈਨੂੰ ਜਿੰਨਾ ਕਿ ਪਤਾ ਹੈ ਸਰਵੇ ਹੋ ਕੇ ਸਾਰੇ ਨਕਸ਼ੇ ਬਣ ਕੇ 6 ਕਰੋੜ ਦੇ ਲੱਖ ਖਰਚ ਹੋਇਆ। ਉਹ ਸਾਰਾ ਪੈਸਾ ਮਿੱਟੀ ਕਰਤਾ ਗਿਆ ਮੈਡਮ ਕਿਰਨ ਖੇਰ ਦੁਆਰਾ ਕਿ ਵੀ ਇਹਦੇ ਲੋੜ ਨਹੀਂ ਹੈ। ਹੁਣ ਕਹਿ ਰਹੇ ਕਿ ਲੋੜ ਹੈਗੀ ਹੈ, ਹੁਣ ਦੁਬਾਰਾ ਸਰਵੇ ਹੋ ਰਿਹਾ। ਸ਼ਹਿਰ ਨੂੰ 10 ਸਾਲ ਪਿੱਛੇ ਪਾ ਕੇ, ਸ਼ਹਿਰ ਨੂੰ 10 ਸਾਲ ਪੂਰੇ ਦੇਸ਼ ਤੋਂ ਪਿੱਛੇ ਪਾ ਕੇ ਚੰਡੀਗੜ੍ਹ ਹੋ ਕੇ ਪਲਾਂਟ ਸਿਟੀ ਨੂੰ ਅੱਜ ਕਹਿ ਰਹੇ ਲੋੜ ਹੈਗੀ ਹੈ। ਔਰ ਅੱਜ ਜੇ ਲੋੜ ਹੈਗੀ ਹੈ, ਅੱਜ ਇਹ ਦੁਬਾਰਾ ਨਕਸ਼ੇ ਬਣਨਗੇ, ਕੰਮ ਸ਼ੁਰੂ ਹੋਏਗਾ, ਤੁਹਾਡੀ ਵਾਲੀ ਗੱਲ ਹੈ ਜੀ 30 ਸਾਲ ਲੱਗ ਜਾਣਗੇ ਪ੍ਰੋਪਰਲੀ ਐਗਜ਼ੀਕਿਊਟ ਹੁੰਦੇ। ਔਰ ਆ ਇੱਕ ਮੈਂ ਚਾਹੂੰਗਾ ਤੁਹਾਡੇ ਕੈਮਰਾਮੈਨ ਨੂੰ ਅਗਰ ਦਿਖਾ ਸਕਦੇ ਆ, ਇਹ ਬੜੈਲ ਦੇ ਬੰਦੇ ਆ, 45 ਦੀ ਰੋਡ ਦੇ ਉੱਤੇ ਸੰਪਰਕ ਰੋਡ ਹੈ। ਇਹ ਦੇਖੋ ਜੀ ਕਿੱਦਾਂ ਗੱਡੀਆਂ ਖੜੀਆਂ ਤੁਹਾਡੇ ਸਾਹਮਣੇ ਹੈ, ਇੱਕ ਸੜਕ ਦੇ ਉੱਤੇ ਇਹ ਹਾਲਾਤ ਹੈ। ਇਹ ਜੀਣਾ ਜਿਹੜਾ ਹੈ ਮੁਹਾਲ ਕਰਤਾ ਗਿਆ 45 ਸੈਕਟਰ ਦੇ ਲੋਕਾਂ ਦਾ ਬੜੈਲ ਵਾਲਿਆਂ ਵੱਲੋਂ। ਔਰ ਇਹ ਵਿਵਸਥਾ ਹੈ। ਔਰ ਉਸ ਤੋਂ ਬਾਅਦ ਵੀ ਕਿਰਨ ਖੇਰ ਜੀ ਕਹਿੰਦੇ ਕਿ ਲੋੜ ਨਹੀਂ ਹੈਗੀ ਮੈਟਰੋ ਦੀ, ਉਹਦੇ ਉੱਤੇ ਮੇਅਰ ਕੁਝ ਬੋਲਦਾ ਨਹੀਂ ਹੈ। ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਜੀ। ਸੋ ਤੁਸੀਂ ਵਿਰੋਧੀ ਧਿਰਾਂ ਦੇ ਵਿਚਾਰ ਸੁਣੇ, ਉਹ ਕੀ ਕਹਿੰਦੇ ਨੇ ਪੇਡ ਪਾਰਕਿੰਗ ਬਾਰੇ। ਹੁਣ ਗੱਲ ਕਰਾਂਗੇ ਅਰਨ ਸੂਦ ਜੀ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਪ੍ਰਧਾਨ ਨੇ ਤੇ ਕਹਿ ਸਕਦੇ ਹਾਂ ਹੁਕਮਰਾਨ ਪਾਰਟੀ ਦੇ ਕਮਾਂਡਰ ਨੇ। ਅਰਨ ਜੀ, ਬੜਾ ਰੌਲਾ ਪੈ ਰਿਹਾ ਵੀ ਪੇਡ ਪਾਰਕਿੰਗ ਲੱਗਣੀ ਚਾਹੀਦੀ, ਨਹੀਂ ਲੱਗਣੀ ਚਾਹੀਦੀ, ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ, ਸ਼ਹਿਰ ਦੇ ਵਿੱਚ ਇਹ ਪੇਡ ਪਾਰਕਿੰਗ ਅੱਜ ਦੀ ਨਹੀਂ ਲੱਗੀ ਜੀ। ਅੱਜ ਤੋਂ 2 ਦਸ਼ਕ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਦੋਂ ਹੈਜ਼ਰਡ ਪਾਰਕਿੰਗ ਹੁੰਦੀ ਸੀ, ਅਵਿਵਸਥਿਤ ਪਾਰਕਿੰਗ ਹੁੰਦੀ ਸੀ, ਉਦੋਂ ਹਾਈ ਕੋਰਟ ਨੇ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਸੀਗੇ ਕਿ ਜਿਹੜਾ ਹੈਗਾ ਇਹਨੂੰ ਜਿਹੜਾ ਹੈ ਸਿਸਟਮੈਟਿਕ ਕੀਤਾ ਜਾਵੇ, ਸਟ੍ਰੀਮਲਾਈਨ ਕੀਤਾ ਜਾਵੇ, ਹੈਜ਼ਰਡ ਪਾਰਕਿੰਗ ਨੂੰ ਰੋਕਿਆ ਜਾਵੇ। ਕਿਉਂਕਿ ਲੋਕ ਆਉਂਦੇ ਸੀਗੇ, ਕੋਈ ਉੱਥੇ ਉਹਨਾਂ ਨੂੰ ਦੱਸਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਗੱਡੀ ਦੇ ਪਿੱਛੇ ਗੱਡੀ ਲਾਤੀ, ਲੋਕਾਂ ਦੀਆਂ ਲੜਾਈਆਂ ਹੋ ਰਹੀਆਂ ਸੀ, ਲੋਕ ਫਸ ਜਾਂਦੇ ਸੀ। ਅਸੀਂ ਬਹੁਤ ਸਾਰੀਆਂ ਮਜਬੂਰੀਆਂ ਇਸ ਕਰਕੇ ਹਾਈ ਕੋਰਟ ਨੇ ਇਹਦਾ ਸੰਗਿਆਨ ਲਿੱਤਾ। ਪਾਰਕਿੰਗ ਲੱਗੀ ਸ਼ੁਰੂ ਦੇ ਵਿੱਚ ਜਨਰਲੀ ਮੈਕਨਾਈਜ਼ ਜਿਹੜੀ ਸੀਗੀ ਬੰਦਿਆਂ ਦੇ ਦੁਆਰਾ ਮੈਕਨਾਈਜ਼ ਪਾਰਕਿੰਗ ਸੀਗੀ। ਉਸ ਤੋਂ ਬਾਅਦ ਸਾਡੇ ਕਾਰਜਕਾਲ ਦੇ ਵਿੱਚ ਅਸੀਂ ਇਹਨੂੰ ਕੋਸ਼ਿਸ਼ ਕੀਤੀ ਕਿ ਇਹਨੂੰ ਸਮਾਰਟ ਪਾਰਕਿੰਗ ਬਣਾਇਆ ਜਾਵੇ। ਪ੍ਰਯਾਸ ਹੋਏ, ਕੋਈ ਵੀ ਚੀਜ਼ ਜਦੋਂ ਟੀਥਿੰਗ ਪ੍ਰੋਬਲਮਸ ਰਹਿੰਦੀਆਂ ਨੇ ਹੋਈਆਂ, ਫਿਰ ਪਿੱਛੇ ਜੇ ਹੁਣ 1-2 ਵਾਰੀ ਸਮਾਰਟ ਬਣੀ ਨਹੀਂ, ਐਗਜ਼ੈਕਟਲੀ ਪੂਰੀ ਤਰ੍ਹਾਂ ਤਾਂ ਨਹੀਂ, ਲੇਕਿਨ ਅਸੀਂ ਪ੍ਰਯਾਸ ਕੀਤਾ ਸੀ। ਜਦੋਂ ਮੈਂ ਕਹਿੰਦਾ ਟੀਥਿੰਗ ਪ੍ਰੋਬਲਮਸ ਹੁੰਦੀਆਂ, ਜਦੋਂ ਕੋਈ ਨਵਾਂ ਕੰਮ ਸ਼ੁਰੂ ਹੁੰਦਾ ਉਹਦੇ 'ਚ ਅੜਚਨਾਂ ਆਉਂਦੀਆਂ, ਹੌਲੀ ਹੌਲੀ ਐਕਸਪੀਰੀਅੰਸ ਵੀ ਆਉਂਦਾ।
ਅੱਜ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਪਾਰਕਿੰਗਾਂ ਨੇ ਬੜੀਆਂ ਵਿਵਸਥਿਤ ਨੇ, ਉਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ, ਕਦੇ ਕੋਈ ਕੰਪਨੀ ਭੱਜ ਗਈ, ਕਦੇ ਕੋਈ ਕੰਪਨੀਆਂ ਨਾਲ ਪਿੱਛੇ ਜੇ ਫਰਾਡ ਕਰ ਦਿੱਤਾ, ਇਸ ਤਰੀਕੇ ਦੀਆਂ ਕਈ ਸਮੱਸਿਆਵਾਂ ਆਈਆਂ। ਹੁਣ ਜਿਹੜਾ ਸ਼ਹਿਰ ਦੇ ਵਿੱਚ ਮੈਂ ਸਮਝਦਾ ਕਿ ਜੇ ਤੁਸੀਂ ਪਾਰਕਿੰਗ ਨੂੰ ਵਿਵਸਥਿਤ ਕਰਨਾ ਤਾਂ ਉਹਦੇ ਲਈ ਕੋਈ ਠੇਕੇਦਾਰ ਚਾਹੀਦਾ ਹੋਵੇਗਾ। ਜੇ ਠੇਕੇਦਾਰ ਆਪਣੇ ਕਰਿੰਦੇ ਰੱਖੇਗਾ, ਬੰਦੇ ਰੱਖੇਗਾ, ਤਾਂ ਬਟ ਨੈਚੁਰਲ ਹੈ ਕੁਝ ਚਾਰजेस ਵੀ ਰਹਿਣਗੇ। ਮੇਰਾ ਇਹ ਕਹਿਣਾ ਹੈ ਕਿ ਪਾਰਕਿੰਗ ਜਿਹੜੀ ਸ਼ਹਿਰ ਦੇ ਲੋਕ ਵੀ ਔਰ ਇਹ ਵਿਵਸਥਾ ਵੀ ਹੈ ਕਿ ਉਹ ਫੈਸਿਲਿਟੀ ਹੋਣੀ ਚਾਹੀਦੀ ਹੈ, ਉਹਦੇ ਸਟੈਂਡਰਡਸ ਹੋਣੇ ਚਾਹੀਦੇ ਆ। ਇਹ ਨਹੀਂ ਕਿ ਫ੍ਰੀ ਹੋਣੀ, ਫ੍ਰੀ ਕਰ ਦਿੱਤੀ ਤਾਂ ਫਿਰ ਉਹੀ ਸਮੱਸਿਆ ਹੋ ਜਾਣੀ ਹੈ ਔਰ ਹਾਈ ਕੋਰਟ ਦੇ ਨਿਰਦੇਸ਼ ਦੀ ਉਲੰਘਣਾ। ਸੋ ਸਰ ਤੁਸੀਂ ਕਿਹਾ ਹਾਈ ਕੋਰਟ ਨੇ ਕਿਹਾ ਵੀ ਕੋਈ ਸਿਸਟਮ ਬਣਾਓ, ਲੋਕਾਂ ਨੂੰ ਤੰਗੀ ਆਉਂਦੀ ਹੈ, ਕੀ ਸਿਸਟਮ ਬਣ ਗਿਆ? ਇਹ ਨਹੀਂ ਲੱਗਦਾ ਵੀ ਠੇਕੇਦਾਰ ਆਪਣੇ ਝੋਲੇ ਭਰੇ ਗਏ, ਪਰਚੀ ਕੱਟ ਕੇ ਭੇਜੀ ਗਏ ਅੰਦਰ, ਤੇ ਲੋਕ ਤੇ ਉੱਥੇ ਲੜਦੇ ਭਿੜਦੇ ਰਹੇ, ਗੱਡੀਆਂ ਤਾਂ ਉੱਦਾਂ ਹੀ ਲੱਗਦੀਆਂ ਰਹੀਆਂ? ਨਹੀਂ, ਐਸਾ ਨਹੀਂ ਸੀਗਾ। ਠੇਕੇਦਾਰਾਂ ਨੇ ਬਕਾਇਦਾ ਲੇਨਸ ਵੀ ਲਗਾਈਆਂ, ਮਾਰਕਿੰਗ ਵੀ ਹੋਈ ਹੈ, ਉੱਥੇ ਵੀ ਹੋਈ ਹੈ। ਨਹੀਂ, ਮੈਂ ਕਹਿ ਰਿਹਾ ਉਹੀ ਮਾਰਕਿੰਗ ਹੋਣ ਦੇ ਨਾਲ ਵੀ ਥੋੜ੍ਹਾ ਇਸ ਤਰ੍ਹਾਂ ਤਰਲੋਚਨ ਜੀ, ਹਰ ਗੱਡੀ ਦੇ ਮਗਰ ਤਾਂ ਬੰਦਾ ਨਹੀਂ ਰੱਖਿਆ, ਲੇਕਿਨ ਕਿ ਨਿਰਦੇਸ਼ ਸੀਗੇ ਕਿ ਅੰਦਰ ਲਾਉਣ ਦੇ ਲਈ ਵੀ, ਇਸੇ ਕਰਕੇ ਹੀ ਤਾਂ ਹੋ ਰਿਹਾ ਨਾ, ਠੇਕੇਦਾਰ ਭੱਜਦੇ ਰਹੇ। ਅਸੀਂ ਜਿਹੜੀ ਚੀਜ਼ਾਂ ਦੀ ਉਹ ਕਮੀ ਕਰਦੇ ਸੀ, ਵਰਦੀ ਪਾਣੀ ਸੀ, ਜਿਹੜੀ ਟਿਕਟ ਕੱਟਣੀ ਸੀਗੀ, ਕੋਈ ਆਪਣਾ ਕੀ ਕਹਿੰਦੇ ਉਹਨੂੰ, ਉੱਥੇ CCTV ਕੈਮਰੇ ਲਾਉਣੇ ਸੀ, ਉਹ ਉਲੰਘਣ ਕਰਦੇ ਰਹੇ, ਅਸੀਂ ਉਹਨਾਂ 'ਤੇ ਫਾਈਨ ਲਾਉਂਦੇ ਰਹੇ। ਇਸ ਕਰਕੇ ਉਹ ਚੀਜ਼ ਸਿਰੇ ਨਹੀਂ ਚੜ੍ਹ ਪਾਈ। ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਜੋ ਸਮੱਸਿਆਵਾਂ ਆਈਆਂ, ਜੋ ਤਜਰਬੇ ਆਏ ਨੇ, ਉਹਦੇ ਹਿਸਾਬ ਦੇ ਨਾਲ ਅੱਗੇ ਵਧਣਾ ਚਾਹੀਦਾ। ਇਹਦਾ ਇਹ ਮਤਲਬ ਨਹੀਂ ਫ੍ਰੀ ਕਰ ਦਈਏ। ਮੈਨੂੰ ਦੱਸੋ ਫ੍ਰੀ ਕਰਨ ਦੇ ਨਾਲ ਕੀ ਹੱਲ ਹੋਣ ਵਾਲਾ? ਸੋ ਸਰ ਤੁਸੀਂ ਕਿਵੇਂ ਸੋਚਦੇ ਜੇ, ਕਿਉਂਕਿ ਵੱਡੀ ਪਾਰਟੀ ਦੇ ਵੱਡੇ ਲੀਡਰ ਜੇ, ਸੈਕਟਰ 35 ਦੀ ਉਹੀ ਸੜਕਾਂ ਜਿੱਥੇ ਪਹਿਲੋਂ ਲੱਗਦੀ ਸੀ ਪਾਰਕਿੰਗ, ਸੈਕਟਰ 34, ਸੈਕਟਰ 17, ਸੈਕਟਰ 22, ਜਿੱਥੇ ਵੀ ਪਾਰਕਿੰਗ ਪੇਡ ਤੁਸੀਂ ਕੀਤੀ ਹੈ, ਉੱਥੇ ਐਕਸਟਰਾ ਕੀਤਾ। ਗੱਡੀਆਂ ਤਾਂ ਪਹਿਲਾਂ ਵੀ ਲੱਗਦੀਆਂ ਸੀ ਉੱਥੇ, ਉਹ ਐਂਟਰੀ ਫੀਸ ਨਹੀਂ ਬਣ ਗਈ ਵੀ ਮਾਰਕੀਟ 35 'ਚ ਜਾਓ ਤੁਹਾਨੂੰ ਐਂਟਰੀ ਫੀਸ ਦੇਣੀ ਪਊਗੀ, ਸੈਕਟਰ 17 ਜਾਓ ਐਂਟਰੀ ਫੀਸ ਦੇਣੀ ਪਊਗੀ? ਐਸਾ ਨਹੀਂ ਹੈ ਜੀ। ਪਹਿਲਾਂ ਵੀ ਜੇ ਹਾਈ ਕੋਰਟ ਨੇ ਸੰਗਿਆਨ ਲਿੱਤਾ ਤਾਂ ਪ੍ਰੋਬਲਮ ਆਉਂਦੀ ਸੀ, ਲੋਕ ਫਸ ਜਾਂਦੇ ਸੀ, ਕੋਈ ਕਿਸੇ ਦੀ ਗੱਡੀ ਲਾਤੀ, ਕਿਸੇ ਦੀ ਗੱਡੀ ਚੋਰੀ ਹੋ ਗਈ, ਕੋਈ ਵਾਲੀ ਵਾਰਿਸ ਨਹੀਂ ਸੀ। ਹੁਣ ਜਿਹੜੀ ਐਂਟਰੀ ਫੀਸ ਨਹੀਂ ਹੈ, ਉਹਦੀ ਵਿਵਸਥਾ ਇੱਕ ਕੀਤੀ ਗਈ ਹੈ ਸਾਰੀਆਂ ਚੀਜ਼ਾਂ ਦੇ। ਮੈਂ ਜ਼ਰੂਰ ਕਿਹਾ ਦਿੱਕਤਾਂ ਆ ਰਹੀਆਂ ਨੇ ਔਰ ਦਿੱਕਤਾਂ ਨੂੰ ਸੁਧਾਰ ਕਰਨਾ ਚਾਹੀਦਾ। ਉਹਦਾ ਜੇ ਅੱਜ ਇਹ ਹੱਲ ਕਰ ਦਈਏ ਕਿ ਭਾਈ ਸਾਹਿਬ ਛੱਡ ਦਈਏ ਸਾਰੀਆਂ ਪਾਰਕਿੰਗਾਂ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਖੜਾ ਕਰੇ, ਵਿਵਸਥਿਤ ਲਈ ਹੁਣ ਜਿਵੇਂ 22 ਸੈਕਟਰ ਦੀ ਮਾਰਕੀਟ ਦੇ ਵਿੱਚ ਜਾਂ 37 ਸੈਕਟਰ ਦੀ ਮਾਰਕੀਟ ਦੇ ਵਿੱਚ ਮਾਰਕੀਟ ਐਸੋਸੀਏਸ਼ਨ ਨੇ ਆਪਣਾ ਪਾਰਕਿੰਗ ਦਾ ਪ੍ਰਬੰਧ ਕੀਤਾ। ਆਪਣੇ ਉੱਥੇ ਉਹਨਾਂ ਨੇ 2-3 ਸਿਕਿਉਰਿਟੀ ਗਾਰਡਸ ਲਗਾ ਕੇ ਉਹਦੀ ਵਿਵਸਥਾ ਕੀਤੀ ਔਰ ਬਹੁਤ ਵਧੀਆ ਪਾਰਕਿੰਗ ਚਲਾਇਆ। ਉਹਦਾ ਬਿਲਕੁਲ ਕਰਨ ਮਾਰਕੀਟ ਐਸੋਸੀਏਸ਼ਨ ਆ। ਇੱਕ ਪ੍ਰਪੋਜ਼ਲ ਅਸੀਂ ਲਿਆਂਦਾ ਸੀਗਾ ਕਿ ਕੋਈ ਵੀ ਮਾਰਕੀਟ ਐਸੋਸੀਏਸ਼ਨ ਜੇ ਬਿਨਾਂ ਪਾਰਕਿੰਗ ਫੀਸ ਲਿੱਤਿਆਂ ਉਹ ਵਿਵਸਥਾ ਆਪਣੇ ਵੱਲੋਂ ਕਰਨਾ ਚਾਹੁੰਦੀ ਹੈ ਜਾਂ ਨੋਮੀਨਲ ਫੀਸ ਲੈ ਕੇ ਨੋ ਪ੍ਰੋਫਿਟ ਲੋਸ 'ਤੇ ਵਿਵਸਥਾ ਕਰਦੀ ਹੈ, ਤਾਂ ਕਾਰਪੋਰੇਸ਼ਨ ਜਿਹੜਾ ਹੈ ਉੱਥੇ ਠੇਕੇਦਾਰ ਨੂੰ ਨਹੀਂ ਦੇਗਾ, ਮਾਰਕੀਟ ਐਸੋਸੀਏਸ਼ਨ ਚਲਾਵੇ। ਇਹ ਰੈਜ਼ੋਲੂਸ਼ਨ ਪਾਸ ਹੋਇਆ ਹੈ। ਹਾਈ ਕੋਰਟ ਨੇ ਮੇਰਾ ਖਿਆਲ ਇਹ ਨਹੀਂ ਕਿਹਾ ਹੋਊਗਾ ਵੀ ਜਿਹੜੀਆਂ ਸੜਕਾਂ ਨੇ ਉੱਥੇ ਪਾਰਕਿੰਗ ਲਾ ਲਓ, ਉਹਨਾਂ ਨੇ ਇਹ ਕਿਹਾ ਹੋਊਗਾ ਵੀ ਮਲਟੀਪਲ ਪਾਰਕਿੰਗ ਬਣਾਓ, ਬਕਾਇਦਾ ਲੋਕਾਂ ਦਾ ਪ੍ਰਬੰਧ, ਗੱਡੀਆਂ ਖੜਾ ਕਰਨ ਦਾ ਪ੍ਰਬੰਧ ਕਰੋ। ਤੁਸੀਂ ਤੇ ਜਿਹੜੀਆਂ ਸੜਕਾਂ ਸੀ, ਨਹੀਂ, ਅਸੀਂ ਸਭ ਨਾਲੋਂ ਪਹਿਲਾਂ ਤਾਂ ਉਸ ਤੱਕ BJP ਦੇ ਮੇਅਰ ਨਹੀਂ ਸੀ। ਇਹ ਸਨ 2000 ਦੀ ਗੱਲ ਹੈ, ਕਾਂਗਰਸ ਦੇ ਵੇਲੇ ਪਾਰਕਿੰਗ ਲੱਗੀ ਸੀਗੀ ਔਰ ਹਾਈ ਕੋਰਟ ਨੇ ਉਸ ਟਾਈਮ ਪੇਡ ਪਾਰਕਿੰਗ ਕਰਨ ਲਈ ਨਹੀਂ ਕਿਹਾ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਸਟ੍ਰੀਮਲਾਈਨ ਕਰੋ, ਪਾਰਕਿੰਗ ਵਿਵਸਥਿਤ ਕਰੋ, ਹੈਪਹੈਜ਼ਰਡ ਪਾਰਕਿੰਗ ਖਤਮ ਕਰੋ। ਇਹ ਨਿਰਦੇਸ਼ ਸੀ ਔਰ ਉਸ ਤੋਂ ਬਾਅਦ ਜੋ ਨਿਰਣੇ ਲਿੱਤਾ ਗਿਆ ਤਾਂ ਇਹ ਲਿੱਤਾ ਗਿਆ ਕਿ ਪੇਡ ਪਾਰਕਿੰਗ ਕਰਨੀ ਚਾਹੀਦੀ ਹੈ, ਕਿਉਂਕਿ ਜੇ ਵਿਵਸਥਿਤ ਕਰਨਾ ਤਾਂ ਬੰਦੇ ਚਾਹੀਦੇ ਹੋਣਗੇ, ਤਾਂ ਕੋਈ ਨਾ ਕੋਈ ਉਹਨਾਂ ਦਾ ਖਰਚੇ ਪਾਣੀ ਦਾ ਵੀ ਇੰਤਜ਼ਾਮ ਕਰਨਾ ਪਏਗਾ। ਔਰ ਬੜੇ ਨੋਮੀਨਲ ਜੇ ਰੇਟ ਦੇ ਉੱਤੇ ਸ਼ੁਰੂ ਹੋਈ ਸੀ ਚੀਜ਼। ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਵੀ ਜਿਵੇਂ ਫੀਚਰ ਐਡ ਹੁੰਦੇ ਜਾਣ, ਉਸ ਕਰਕੇ ਨੈਚੁਰਲੀ ਹੈ ਵੀ ਪਾਰਕਿੰਗ ਦੇ ਕੁਛ ਨਾ ਕੁਛ ਚਾਰजेस ਜਿਹੜੇ ਮੈਂ ਕਿਹਾ ਕਿ 2016 ਦੇ ਵਿੱਚ ਵੀ ਜਦੋਂ ਮੈਂ ਮੇਅਰ ਸੀ, ਮੈਂ ਪ੍ਰਪੋਜ਼ਲ ਇੱਕ ਲਿਆਂਦੀ ਸੀ, ਕੰਟਰੈਕਟ ਵੀ ਅਲਾਟ ਹੋਇਆ। ਉਸ ਬੰਦੇ ਨੇ ਕੰਟਰੈਕਟ ਪੀਰੀਅਡ ਦੇ ਦੌਰਾਨ ਉਹ ਸਾਰੀਆਂ ਚੀਜ਼ਾਂ ਕਰਨ ਤੋਂ ਮਨਾ ਕੀਤਾ, ਅਸੀਂ ਉਹਦਾ ਕੰਟਰੈਕਟ ਕੈਂਸਲ ਕੀਤਾ। ਉਸ ਤੋਂ ਬਾਅਦ ਫਿਰ ਦੁਬਾਰਾ 2017 ਦੇ ਵਿੱਚ ਪ੍ਰਯਾਸ ਹੋਇਆ। ਲਗਾਤਾਰ ਪ੍ਰਯਾਸ ਹੋ ਰਹੇ ਨੇ ਔਰ ਇਹਦੇ ਵਿੱਚ ਕੋਈ ਨਾ ਕੋਈ ਪਿੱਛੇ 1-2 ਘਪਲੇ ਵੀ ਹੋਏ, ਘੁਟਾਲੇ ਵੀ ਹੋਏ ਨੇ। ਹੁਣ ਰੀਸੈਂਟਲੀ ਜਿਹੜਾ ਪਾਰਕਿੰਗ ਵਾਲਾ ਸੀ, ਉਹਨੇ ਪਾਰਕਿੰਗ ਉਹਦੇ ਵਿੱਚ ਕਮੀਆਂ ਕੀ ਸੀਗੀਆਂ ਕਿ ਟੈਂਡਰ ਦੇ ਵਿੱਚ ਇਹ ਪ੍ਰੋਵੀਜ਼ਨ ਸੀ ਕਿ ਠੇਕੇਦਾਰ ਸਿੱਧੇ ਪੈਸੇ ਇਕੱਠੇ ਕਰੇਗਾ, ਫਿਰ ਉਹ ਸਾਨੂੰ ਜਿਹੜਾ ਹੈਗਾ ਆਪਣੇ ਚਾਰजेस ਕਾਰਪੋਰੇਸ਼ਨ ਨੂੰ ਜਿਹੜੀ ਉਹਦੀ ਲਾਇਸੈਂਸ ਫੀਸ ਆ ਜਮ੍ਹਾਂ ਕਰਾਏਗਾ। ਹੁਣ ਜਿਹੜਾ ਅਸੀਂ ਨਵਾਂ ਟੈਂਡਰ ਡਾਕੂਮੈਂਟ ਬਣਾਇਆ ਹੈ, ਉਹਦੇ ਵਿੱਚ ਇਹ ਕੀਤਾ ਕਿ ਕਾਰਪੋਰੇਸ਼ਨ ਪਹਿਲਾਂ ਪੈਸਾ ਇਕੱਠਾ ਕਰੇਗੀ, ਬਾਅਦ 'ਚ ਠੇਕੇਦਾਰ ਦਾ ਖਰਚਾ ਅਸੀਂ ਉਹਨੂੰ ਕਾਰਪੋਰੇਸ਼ਨ ਦੇਗੀ। ਇਸ ਨਾਲ ਕੋਈ ਜਿਹੜਾ ਹੈਗਾ ਸਾਰੀ ਕੋਈ ਵੀ ਕਿਤੇ ਓਵਰ ਚਾਰਜਿੰਗ ਨਹੀਂ ਹੋ ਸਕਦੀ, ਕੋਈ ਵੀ ਜਿਹੜਾ ਹੈ ਠੇਕੇਦਾਰ ਲੈ ਕੇ ਪੈਸੇ ਨਹੀਂ ਭੱਜ ਸਕਦਾ। ਉਹ ਸਾਡੇ ਪੈਸਾ ਸਾਡੇ ਕੋਲ ਆਉਣਾ, ਅਸੀਂ ਉਹਨੂੰ ਅੱਗੇ ਦਿਆਂਗੇ। ਇਸ ਕਰਕੇ ਉਹ ਸਾਡੀਆਂ ਸਾਰੀਆਂ ਸ਼ਰਤਾਂ ਨੂੰ, ਸਾਰੇ ਨਿਯਮਾਂ ਨੂੰ ਮੰਨੇਗਾ। ਇਹ ਜਿਹੜੀ ਅਸੀਂ ਪੁਰਾਣਾ ਤਜਰਬਾ ਸੀ ਉਹ ਤੋਂ ਸਿੱਖ ਕੇ ਆਹ ਨਵੇਂ ਟੈਂਡਰ ਡਾਕੂਮੈਂਟ 'ਚ ਲਿਆਂਦਾ। ਔਰ ਰਹੀ ਗੱਲ ਆਮ ਆਦਮੀ ਪਾਰਟੀ ਦੀ, ਮੈਂ ਉੱਧਰ ਹੀ ਆਉਂਦਾ, ਹਾਂ, ਮੈਨੂੰ ਇਹ ਲੱਗਦਾ ਕਿ ਫ੍ਰੀਵੀਜ਼ ਵੰਡਣ ਦੇ ਨਾਲ ਫਿਰ ਉਹ ਦਿੱਲੀ ਦੇ ਵਿੱਚ ਕਿਉਂ ਨਹੀਂ ਫ੍ਰੀ ਕਰਦੇ? ਦਿੱਲੀ ਦੇ ਵਿੱਚ ਤਾਂ ਦੇਸ਼ ਭਰ ਦੀ ਸਭ ਨਾਲ ਹਾਈਐਸਟ ਪਾਰਕਿੰਗ ਚਾਰजेस ਹੈ,
ਤੁਸੀਂ ਕਨਾਟ ਪਲੇਸ ਜਾਂਦੇ ਹੋ ਜਾਂ ਹੋਰ ਕਿਤੇ ਕਰਨੇ ਹੋ, ਇਹਨਾਂ ਨੂੰ ਕੋ ਪਹਿਲਾਂ ਦਿੱਲੀ ਦੇ ਵਿੱਚ ਫ੍ਰੀ ਕਰਕੇ ਆ ਜਾਣ ਨਾ। ਇਹ ਦਿੱਲੀ ਦੇ ਵਿੱਚ ਕਿਉਂ ਨਹੀਂ ਫ੍ਰੀ ਕਰਦੇ? ਔਰ ਜਿਹੜੀਆਂ ਫ੍ਰੀਵੀਜ਼ ਵੰਡਣ ਦੀਆਂ ਗੱਲ ਨੇ, ਮੈਂ ਅੱਜ ਇਹੀ ਕਹਿ ਰਿਹਾ, ਅੱਜ ਸਮਾਂ ਇਸ ਤਰੀਕੇ ਦਾ ਆ ਗਿਆ, ਲੋਕ ਸੁਵਿਧਾ ਚਾਹੁੰਦੇ ਨੇ, ਜਿਹੜੇ ਲੋਕ ਪੇ ਕਰ ਸਕਦੇ ਨੇ। ਮੈਂ ਬਿਲਕੁਲ ਸਾਈਕਲ ਤੇ ਕੋਈ ਪਾਰਕਿੰਗ ਲੱਗਣੀ ਚਾਹੀਦੀ, 2 ਵੀਲਰਾਂ ਤੇ ਬਿਲਕੁਲ ਨੋਮੀਨਲ ਜੇ ਚਾਰजेस ਹੋਣੇ ਚਾਹੀਦੇ ਆ, ਗੱਡੀਆਂ ਦੇ ਉੱਤੇ ਜ਼ਰੂਰ ਪਾਰਕਿੰਗ ਲੱਗਦੀ ਹੈ ਜਾਂ ਕਮਰਸ਼ੀਅਲ ਵਾਹੀਕਲ ਦੇ ਉੱਤੇ ਪਾਰਕਿੰਗ ਲਾਈ ਜਾ ਸਕਦੀ, ਲੇਕਿਨ ਉਹ ਨੋਮੀਨਲ ਹੋਵੇ, ਲੋਕਾਂ ਦੇ ਉੱਤੇ ਬੋਝ ਨਾ ਹੋਵੇ, ਉਹ ਵਿਵਸਥਾ ਨੂੰ ਚਲਾਉਣ ਦੇ ਲਈ ਇੱਕ ਸ਼ੁਲਕ ਹੋਵੇ। ਇਸ ਤੋਂ ਇਲਾਵਾ ਜਿਹੜਾ ਹੈਗਾ, ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਸ ਤਰੀਕੇ ਦੇ ਅਜੂਲ ਫਲੂਲ ਦੇ ਵਾਅਦੇ ਜਿਹੜੇ ਪੰਜਾਬ 'ਚ ਵੀ ਕੀਤੇ ਉਹਨਾਂ ਨੇ, ਪੰਜਾਬ ਦੇ ਵਿੱਚ ਵੀ ਝੂਠੇ ਪਏ, ਹੁਣ ਇੱਥੇ ਵੀ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ 'ਚ ਜਲੰਧਰ ਜਿੱਤ ਲਿਆ, ਝੂਠੇ ਕਿਵੇਂ ਪੈ ਗਏ? ਨਹੀਂ, ਜਹਾਜ਼ ਸੰਗਰੂਰ ਵੀ ਤਾਂ ਹਾਰ ਗਏ ਸੀਗੇ, ਸੀਐਮ ਸਾਹਿਬ ਦੀ ਆਪਣੀ ਸੀਟ ਹਾਰ ਗਏ ਸੀ। ਨਹੀਂ, ਲੇਟੈਸਟ ਤਾਂ ਫਿਰ ਇਸ ਤਰ੍ਹਾਂ ਹੁੰਦਾ, ਅਗਲੀ ਲੇਟੈਸਟ ਹੋਰ ਹੋ ਜਾਏਗੀ ਜੀ, 2024 'ਚ ਹਾਰਨਗੇ ਉਹ। ਸੋ ਸਰ, ਇੱਕ ਜਿਹੜਾ ਮੌਜੂਦਾ ਤੁਸੀਂ ਸਿਸਟਮ ਦੇਖ ਰਹੇ ਜੇ ਪੇਡ ਪਾਰਕਿੰਗ ਦਾ, ਕਾਰਪੋਰੇਸ਼ਨ ਨੇ ਆਪਣੇ ਪੱਧਰ ਤੇ ਚਲਾਇਆ ਜਾ ਰਿਹਾ, ਤੁਸੀਂ ਨੋਟ ਕੀਤਾ ਹੋਊਗਾ, ਜਾਓ ਪਾਰਕਿੰਗ ਲਾਓ, ਫੀਸ ਦਿਓ, ਪਰਚੀ ਲਓ, ਜਦੋਂ ਵਾਪਸ ਆਓ ਕੋਈ ਚੈੱਕ ਨਹੀਂ ਕਰਦਾ। ਫਿਰ ਲੋਕ ਤਾਂ ਇਹੀ ਕਹਿੰਦੇ ਵੀ ਇਹ ਤਾਂ ਝੋਲੇ ਭਰ ਰਹੇ ਆ। ਚੈੱਕ ਤਾਂ ਕਰਦੇ ਆ ਜੀ, ਜਦੋਂ ਵਾਪਸ ਜਾਓ ਤਾਂ ਪਰਚੀ ਉਹ ਵਾਪਸ ਦੇਣੀ ਪੈਂਦੀ ਹੈ। ਨਹੀਂ, ਉਹ ਕਰਿੰਦੇ ਖੜੇ ਆ ਜੀ, ਮੈਂ ਖੁਦ, ਮੇਰਾ ਨਿੱਜੀ ਦਾ ਤਜਰਬਾ, ਮੇਰਾ ਵੀ ਨਿੱਜੀ ਤਜਰਬਾ ਜੀ। ਤੁਸੀਂ ਕੋਈ ਧੱਕੇ ਨਾ ਕੱਢ ਲਵੇ, ਕਿਉਂਕਿ ਉੱਥੇ ਅਦਰਵਾਈਜ਼ ਜਿਹੜਾ ਹੈਗਾ, ਅਸੀਂ ਉਹਦੇ 'ਚ ਕਈ ਪ੍ਰਯਾਸ ਕੀਤੇ। ਮੈਂ ਤੁਹਾਨੂੰ ਦੱਸਦਾ ਹੁਣ ਕੀ ਹੋਇਆ। ਉੱਥੇ ਇੱਕ CCTV ਕੈਮਰੇ ਦੀ ਪ੍ਰੋਵੀਜ਼ਨ, ਕਿ ਕੋਈ ਵੀ ਇਨਸੀਡੈਂਟ ਹੁੰਦਾ ਪਾਰਕਿੰਗ, ਅੱਜ ਕੱਲ੍ਹ ਤੁਹਾਨੂੰ ਪਤਾ ਲਾਅ ਐਂਡ ਆਰਡਰ ਦੀ ਕਿੰਨੀ ਪ੍ਰੋਬਲਮ ਹੈ। ਜੇ ਪਾਰਕਿੰਗ ਵਿਵਸਥਿਤ ਹੁੰਦੀ ਹੈ, ਇੱਕ ਕੰਟਰੈਕਟਰ ਦੇ ਥਰੂ ਹੁੰਦੀ ਹੈ, ਤਾਂ ਉਹਨੂੰ CCTV ਕੈਮਰੇ ਇੰਸਟਾਲ ਕਰਨੇ ਆ। ਸਮਾਰਟ ਪਾਰਕਿੰਗ ਦਾ ਇੱਕ ਫੀਚਰ ਅਸੀਂ ਐਡ ਕੀਤਾ ਸੀ, ਕਿੰਨੀਆਂ ਪਾਰਕਿੰਗਾਂ ਜਿਹੜੀਆਂ ਗੱਡੀਆਂ ਉਹਦਾ ਨੰਬਰ ਡਿਸਪਲੇ ਹੋਵੇ, ਉਹ ਨਹੀਂ ਹੋ ਪਾਇਆ ਕਿਉਂਕਿ ਉਹਦੇ ਲਈ ਉੱਥੇ ਸੈਂਸਰ ਲੱਗਣੇ ਸੀ, ਉਹਦੇ ਲਈ ਹੋਰ ਖਰਚਾ ਵੱਧਦਾ। ਹੌਲੀ ਹੌਲੀ ਇਹ ਚੀਜ਼ਾਂ, ਬੂਮ ਬੈਰੀਅਰਸ ਦੀ ਗੱਲ ਕੀਤੀ, ਜਿਹੜੀ 17 ਸੈਕਟਰ ਦੇ ਵਿੱਚ ਤੁਹਾਡੇ ਬੂਮ ਬੈਰੀਅਰਸ ਦੀ ਪ੍ਰੋਵੀਜ਼ਨ ਸੀਗੀ। ਇਸੇ ਤਰੀਕੇ ਨਾਲ ਪਰਚੀ ਜਿਹੜੀ ਹੈਗੀ ਆ ਉਹ ਤੁਹਾਡੀ ਮਸ਼ੀਨ ਦੇ ਨਾਲ ਕੱਟੀ ਜਾਵੇ ਤਾਂ ਕਿ ਉਹਦਾ ਅਕਾਊਂਟ ਹੋਵੇ। ਹੁਣ ਜਿਹੜਾ ਇੱਕ ਨਵਾਂ ਸੁਧਾਰ ਮੈਂ ਤੁਹਾਨੂੰ ਦੱਸਿਆ, ਹੁਣ ਪੈਸੇ ਠੇਕੇਦਾਰ ਕੋਲੇ ਨਹੀਂ ਜਾਣਗੇ, ਪੈਸੇ ਕਾਰਪੋਰੇਸ਼ਨ ਕੋਲ ਆਉਣਗੇ, ਠੇਕੇਦਾਰ ਨੂੰ ਅਸੀਂ ਪੈਸੇ ਦੇਵਾਂਗੇ। ਫਿਰ ਇੱਕ ਪ੍ਰਯਾਸ ਕੀਤਾ ਗਿਆ ਸ਼ਹਿਰ ਦੇ ਵਿੱਚ, ਲੇਡੀਜ਼ ਨੂੰ ਜਿਹੜਾ ਹੈਗਾ ਉਹ ਪਾਰਕਿੰਗ ਦੇ ਵਿੱਚ ਵੀ ਇੰਨੇ % ਜਿਹੜਾ ਹੈ ਲੇਡੀਜ਼ ਨੂੰ ਪ੍ਰੋਵੀਜ਼ਨ ਦਿੱਤੀ ਜਾਏਗੀ, ਔਰ ਬੜਾ ਅੱਛਾ ਤਜਰਬਾ ਰਿਹਾ ਉਹਦਾ, ਕੋਈ ਐਸੀ ਗੱਲ ਨਹੀਂ ਸੀਗੀ। ਔਰ ਇਸ ਤਰੀਕੇ ਦੇ ਨਾਲ ਉਹ ਵਰਦੀ ਪਾ ਕੇ ਰੱਖਣਗੇ, ਉਹਨਾਂ ਦੇ ਕੋਲ ਆਈ ਕਾਰਡ ਡਿਸਪਲੇ ਕਰਨਗੇ, ਨੇਮ ਪਲੇਟ ਡਿਸਪਲੇ ਕਰਨਗੇ ਕਿ ਉਹ ਬੰਦੇ ਕਰਿੰਦੇ। ਔਰ ਫਿਰ ਉਸ ਪਾਰਕਿੰਗ ਦੇ ਵਿੱਚ ਐਂਟਰੀ ਪੁਆਇੰਟ ਤੇ ਐਗਜ਼ਿਟ ਪੁਆਇੰਟ ਤੇ ਔਰ ਅੰਦਰ ਵੀ ਵਿਵਸਥਿਤ ਪਾਰਕਿੰਗ ਦੇ ਲਈ 37 ਸੈਕਟਰ ਔਰ 22 ਸੈਕਟਰ ਦੀਆਂ ਜਿਹੜੀਆਂ ਮਾਰਕੀਟ ਐਸੋਸੀਏਸ਼ਨ ਨੇ ਜਿਸ ਤਰ੍ਹਾਂ ਵਿਵਸਥਾ ਕੀਤੀ ਸੀ, ਉਸੇ ਤਰੀਕੇ ਦੀ ਵਿਵਸਥਾ ਹੋਣੀ ਚਾਹੀਦੀ ਹੈ। ਔਰ ਅਸੀਂ ਕਰ ਰਹੇ ਹਾਂ। ਮੈਂ ਉਹਦੇ ਵਿੱਚ ਸਫਲਤਾ 100% ਹਾਸਿਲ ਨਹੀਂ ਹੋਈ, ਲੇਕਿਨ ਉਸ ਤਰਫ ਸਾਡੇ ਜਿਹੜੇ ਮੇਅਰ ਨੇ ਲਗਾਤਾਰ ਕੰਮ ਕਰ ਰਹੇ ਨੇ। ਔਰ ਹੁਣ ਜਿਹੜਾ ਨਵਾਂ ਅਸੀਂ ਟੈਂਡਰ ਡਾਕੂਮੈਂਟ ਲਿਆਵਾਂਗੇ, ਇਹਦੇ ਵਿੱਚ ਸਾਰੀ ਵਿਵਸਥਿਤ ਪਾਰਕਿੰਗ ਦੀ ਵਿਵਸਥਾ ਅਸੀਂ ਕਰਨ ਜਾ ਰਹੇ ਹਾਂ। ਲਾਸਟ ਸਵਾਲ, ਤੁਸੀਂ ਇਹ ਬੜੀ ਖੂਬਸੂਰਤ ਦੱਸਿਆ ਵੀ ਸਮਾਰਟ ਪਾਰਕਿੰਗ ਹੈ, ਕਦੋਂ ਤੱਕ ਇਹਨੂੰ ਕਰ ਦੋਗੇ ਤੁਸੀਂ ਇੰਪਲੀਮੈਂਟ? ਨਹੀਂ, ਹਲੇ ਅਸੀਂ ਸਮਾਰਟ ਪਾਰਕਿੰਗ ਦੇ ਪੂਰੇ ਫੀਚਰ ਤਾਂ ਇੰਟਰੋਡਿਊਸ ਨਹੀਂ ਕਰਨ ਜਾ ਰਹੇ ਜੀ। ਮੈਂ ਤੁਹਾਨੂੰ ਦੱਸਿਆ ਸਮਾਰਟ ਪਾਰਕਿੰਗ ਜਿਹੜੀ ਐਗਜ਼ੈਕਟਲੀ ਜੋ ਸਮਾਰਟ ਪਾਰਕਿੰਗ ਦੀ ਡੈਫੀਨੇਸ਼ਨ ਹੈ, ਉਹਦੇ 'ਚ ਬੂਮ ਬੈਰੀਅਰਸ ਚਾਹੀਦੇ ਆ। ਉਹਦੇ ਵਿੱਚ ਜਿਹੜਾ ਤੁਹਾਨੂੰ ਜਦੋਂ ਤੁਹਾਡੇ ਅੰਦਰ ਤੁਸੀਂ ਵੜਨ ਲੱਗੇ ਹੋ ਤਾਂ ਜਿਹੜਾ ਤੁਹਾਡਾ ਕਿੰਨੀਆਂ ਗੱਡੀਆਂ ਅੰਦਰ ਲੱਗੀਆਂ ਨੇ, ਕਿੰਨੇ ਉੱਥੇ ਵੇਕੈਂਟ ਜਿਹੜੀਆਂ ਸਪੇਸਿਸ ਨੇ ਉਹ ਡਿਸਪਲੇ ਹੋਣੀਆਂ ਚਾਹੀਦੀਆਂ। ਜੋ ਵੇਕੈਂਟ ਡਿਸਪਲੇ ਕਰਨੀ ਹੈ ਤਾਂ ਉੱਥੇ ਤੁਹਾਨੂੰ ਹਰ ਸਪੇਸ ਦੇ ਉੱਤੇ ਉਹਨੂੰ ਈਅਰ ਮਾਰਕ ਕਰਕੇ ਉੱਥੇ ਆਪਣਾ ਸੈਂਸਰ ਲਾਣੇ ਪੈਣਗੇ ਕਿ ਉੱਥੇ ਗੱਡੀ ਖੜੀ ਤਾਂ ਹੀ ਉਹ ਜਾ ਕੇ ਉਹ ਜਿਹੜੇ ਤੁਹਾਡੇ ਸਟ੍ਰਿਪ ਹੈ ਜਿਹਦੇ ਵਿੱਚ ਉਹ ਡਿਸਪਲੇ ਹੋ ਰਿਹਾ ਉੱਥੇ ਜਾਏਗਾ। ਉਹ ਹਲੇ ਉਨੇ ਫੀਚਰਸ ਜਿਹੜੇ ਹੈ ਹਲੇ ਇੰਟਰੋਡਿਊਸ ਨਹੀਂ ਹੋ ਰਹੇ। ਹਲੇ ਤਾਂ ਫਿਲਹਾਲ ਇਹੀ ਹੈ ਕਿ ਪੈਸਾ ਜਿਹੜਾ ਹੈ ਕੋਈ ਘਪਲਾ ਨਾ ਕਰ ਸਕੇ, ਅਸੀਂ ਉਹਦਾ 100% ਉਹਨੂੰ ਔਥੈਂਟੀਕੇਟ ਕਰਨ ਦੇ ਲਈ ਇੱਕ ਜਿਹੜਾ ਟੈਂਡਰ ਡਾਕੂਮੈਂਟ ਦੇ ਵਿੱਚ ਕੰਡੀਸ਼ਨਸ ਪਾਈਆਂ ਨੇ। ਦੂਸਰਾ, ਬੰਦੇ ਆਇਡੈਂਟੀਫਾਈ ਹੋਣ ਜਿਹੜੇ ਉੱਥੇ ਆ ਉਹ ਪ੍ਰੋਪਰ ਬਿਹੇਵ ਕਰਨ, ਓਵਰ ਚਾਰਜਿੰਗ ਨਾ ਹੋਵੇ ਔਰ ਸਾਰਿਆਂ ਦੀ ਪਰਚੀ ਕੱਟੇ ਔਰ ਸਾਰੇ ਜਿਹੜੇ ਹੈਗੇ ਆ ਉਹ ਕਰਨ। ਔਰ ਜਿਨ੍ਹਾਂ ਨੂੰ ਵੀ ਜਿਹੜੇ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਦੇ ਵੇਲੇ ਘੁਟਾਲਾ ਹੋਇਆ ਸੀ, ਇਹਨਾਂ ਨੇ ਪਾਰਕਿੰਗ ਦੇ ਪਾਸਿਸ ਜਿਹੜੇ ਹੈ ਉਹ ਕਰੋੜਾਂ ਰੁਪਏ ਦੇ ਪਾਰਕਿੰਗ ਦੇ ਪਾਸਿਸ ਵੰਡਤੇ ਸੀ। ਉਹ ਠੇਕੇਦਾਰ ਜਿਹੜੇ ਭੱਜ ਜਾਂਦੇ ਹੁੰਦੇ ਸੀ, ਫਿਜ਼ੀਬਲ ਨਹੀਂ ਹੁੰਦੇ ਸੀ। ਅਸੀਂ ਆ ਕੇ ਉਹਨੂੰ ਰੋਕਿਆ। ਅਸੀਂ ਸਿਰਫ ਔਰ ਸਿਰਫ ਕਾਉਂਸਲਰਸ ਨੂੰ 2-2 ਪਾਸਿਸ ਦੀ ਅਨੁਮਤੀ ਦਿੱਤੀ ਜਾਂ ਆਪਣੇ EMPLOYEES ਨੂੰ ਅਲਾਉ ਕੀਤਾ। ਉਸ ਤੋਂ ਇਲਾਵਾ ਸਾਰੇ ਜਿਹੜੇ ਫਰੀਬੀ ਦੇ ਪਾਸਿਸ ਸੀ ਉਹ ਬੰਦ ਕੀਤੇ। ਮੇਅਰ ਹੀ 1000 2-2000 ਪਾਸ ਵੰਡ ਦਿੰਦਾ ਹੁੰਦਾ ਸੀ। ਇਸ ਕਰਕੇ ਉਹ ਸਾਰੀ ਚੀਜ਼ਾਂ ਦੀ ਵਿਵਸਥਾ ਅਸੀਂ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਸ਼ਹਿਰ ਦੇ ਵਿੱਚ ਇੱਕ ਵਿਵਸਥਿਤ ਪਾਰਕਿੰਗ ਹੋਏਗੀ ਔਰ ਹੌਲੀ ਹੌਲੀ ਉਹ ਸਮਾਰਟ ਪਾਰਕਿੰਗ ਦੇ ਫੀਚਰਸ ਬਣੀ ਵਧਾਂਗੇ ਅਸੀਂ। ਅਤੇ ਇੱਕ ਗੱਲ ਹੋਰ ਕਰਨੀ ਜ਼ਰੂਰੀ ਹੈ, ਕਮਰਸ਼ੀਅਲ ਖੇਤਰ 'ਚ ਜਿਹੜੀ ਪਾਰਕਿੰਗ ਦੀ ਪ੍ਰੋਬਲਮ ਹੈ ਉਹਦੀ ਵੀ ਕੋਈ ਪਲਾਨਿੰਗ ਹੈਗੀ? ਨਹੀਂ, ਇਹਦੇ ਬਾਰੇ ਕਈ ਚੀਜ਼ਾਂ ਆਈਆਂ ਜੀ। ਕਈ ਜਿਹੜੇ ਵੇਕੈਂਟ ਪਲਾਟਸ ਨੇ, ਰਿਜ਼ਰਵ ਪਲਾਟਸ ਨੇ, ਉੱਥੇ ਬਹੁਤ ਸਾਰੀਆਂ ਬੱਸਿਸ ਖੜੀਆਂ ਹੋ ਰਹੀਆਂ ਨੇ, ਸਕੂਲ ਬੱਸਿਸ ਖੜੀਆਂ ਹੁੰਦੀਆਂ, ਕੁਝ ਜਿਹੜੇ ਬੱਸ ਆਪਰੇਟਰਸ ਨੇ, ਟਰਾਂਸਪੋਰਟਰਸ ਨੇ, ਉਹਨਾਂ ਦੀਆਂ ਬੱਸਿਸ ਖੜੀਆਂ ਹੁੰਦੀਆਂ।
ਉਹ ਲੈਂਡ ਜਿਹੜੀ ਅਸੀਂ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਜ਼ਿਆਦਾਤਰ ਲੈਂਡ ਜਿਹੜੀ ਹੈ ਉਹ ਪ੍ਰਸ਼ਾਸਨ ਦੀ ਹੈ। ਉਸ ਕਰਕੇ ਅਸੀਂ ਉੱਥੇ ਉਹਦੇ 'ਚ ਕੋਈ ਕਾਰਵਾਈ ਨਹੀਂ ਕਰ ਸਕਦੇ। ਪਰ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨਾਲ ਕੋਈ ਇਸ ਤਰੀਕੇ ਦਾ, ਜੋ ਮੇਰਾ ਆਪਣਾ ਨਿੱਜੀ ਸੁਝਾਅ ਹੈ, ਕਿ ਕਿਉਂਕਿ ਜਿਹੜੇ ਕਮਰਸ਼ੀਅਲ ਜਿਹੜੇ ਲੋਕ ਉਸ ਨਾਲ ਕੁਝ ਆਮਦਨੀ ਕਰ ਰਹੇ ਨੇ, ਉਹਨਾਂ 'ਤੇ ਕੋਈ ਬੋਝ ਨਹੀਂ ਪੈਂਦਾ। ਉਹ ਜਿੱਥੇ ਵੀ ਖੜੀਆਂ ਕਰਦੇ ਨੇ, ਉਹ ਟੈਂਪਰਰੀ ਉੱਥੇ ਚਾਰਜਸ ਵਸੂਲਣ ਦਾ ਜਿਹੜਾ ਹੈ ਰਾਈਟ ਜਿਹੜਾ ਹੈ ਉਹ ਕਾਰਪੋਰੇਸ਼ਨ ਨੂੰ ਦੇਣਾ ਚਾਹੀਦਾ, ਤਾਂ ਕਿ ਉੱਥੇ ਵੀ ਵਿਵਸਥਿਤ ਹੋਵੇ, ਪਤਾ ਲੱਗੇ ਕਿਹੜੀ ਬੱਸ ਕਿੱਥੇ ਲੱਗਦੀ ਹੈ। ਇਹਦੇ ਨਾਲ ਕ੍ਰਾਈਮ 'ਤੇ ਵੀ ਕੰਟਰੋਲ ਹੋਏਗਾ, ਸਭ ਚੀਜ਼ਾਂ ਵਿਵਸਥਿਤ ਹੋਣਗੀਆਂ, ਔਰ ਜਿਹੜਾ ਹੈਗਾ ਥੋੜ੍ਹਾ ਜਿਹਾ ਆਰਥਿਕ ਰੂਪ ਦੇ ਨਾਲ ਵੀ 4 ਪੈਸੇ ਕਾਰਪੋਰੇਸ਼ਨ ਕੋਲ ਰੈਵਨਿਊ ਆਏਗਾ। ਸੋ ਤੁਸੀਂ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਦੇ ਵਿਚਾਰ ਸੁਣੇ, ਉਹ ਪੇਡ ਪਾਰਕਿੰਗ ਬਾਰੇ ਕੀ ਰਾਏ ਰੱਖਦੇ ਨੇ, ਇਹ ਹੁਣ ਦੇਖਦੇ ਆ ਵੀ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਕਾਰਪੋਰੇਸ਼ਨ ਵਿੱਚ ਭੇਜਿਆ, ਕਾਉਂਸਲਰ ਨੂੰ, ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ, ਉਹ ਤੁਹਾਡੇ ਵਾਹਨਾਂ ਦੀ ਪੇਡ ਪਾਰਕਿੰਗ ਬੰਦ ਕਰਦੇ ਨੇ ਜਾਂ ਜਾਰੀ ਰੱਖਦੇ ਨੇ, ਜਾਂ ਫਿਰ ਸਮਾਰਟ ਪੇਡ ਪਾਰਕਿੰਗ ਬਣਾ ਕੇ ਤੁਹਾਨੂੰ ਸਹੂਲਤਾਂ ਦੇਣ ਦਾ ਯਤਨ ਕਰਦੇ ਨੇ।